ਮਾਵਾਂ ਦੇ ਪੁੱਤ ਨੇ ਸ਼ੌਂਕੀ ਬਾਪੂ ਦੇ ਕੰਮ ਹੀਰੇ, ਮਾਵਾਂ ਦੇ ਪੁੱਤ ਨੇ ਸ਼ੌਂਕੀ ਬਾਪੂ ਦੇ ਕੰਮ ਹੀਰੇ। ਟਰੱਕਾਂ ਵਾਲੇ ਬਾਈ, ਟਰੱਕਾਂ ਵਾਲੇ ਵੀਰੇ, ਟਰੱਕਾਂ ਵਾਲੇ ਬਾਈ, ਟਰੱਕਾਂ ਵਾਲੇ ਵੀਰੇ। Presented by Ocean Trailers, Western Canada Trailer Specialists. ਹੈਲੋ ਜੀ ਆਇਆਂ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਾ ਸ਼ੋਅ ਹੈਲੋ ਟਰੱਕਿੰਗ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਨਿੱਘਾ ਸਵਾਗਤ ਹੈ ਤੇ ਉਮੀਦ ਹੈ ਕਿ ਅੱਜ ਦਾ ਸ਼ੋਅ ਜਿਸ ਤਰ੍ਹਾਂ ਪਿੱਛੇ ਹਮੇਸ਼ਾ ਕਰਦੇ ਆ ਤੁਹਾਨੂੰ ਬਹੁਤ ਪਸੰਦ ਆਵੇ। ਤੇ ਅੱਜ ਦੇ ਸ਼ੋਅ ਵਿੱਚ ਜਿਹੜੇ ਸਾਡੇ ਆਪਣੇ ਕੋ-ਹੋਸਟ ਨੇ ਟੋਨੀ ਸਿੰਘ ਨੇ ਇੱਕ ਇਹੋ ਜਿਹੇ ਆਪਣੇ ਗੈਸਟ ਨੂੰ ਲੈ ਕੇ ਆਂਦਾ ਜੋ ਕਿ ਇੱਕ ਸਪੈਸੀਫਿਕ ਟਰੱਕਿੰਗ ਵਿੱਚ ਆਪਾਂ ਗੱਲ ਕਰਾਂਗੇ। ਸੋ ਸਾਨੂੰ ਪਤਾ ਕਿ ਟਰੱਕਿੰਗ ਦੀ ਬਹੁਤ ਵੱਡੀ ਇੰਡਸਟਰੀ ਹੈ ਇਹ, ਕਾਫੀ ਜੌਬਸ ਨੇ, ਕਾਫੀ ਤਰ੍ਹਾਂ ਦੇ ਟਰੱਕ ਨੇ, ਕਾਫੀ ਤਰ੍ਹਾਂ ਦੇ ਇਹਨਾਂ ਵਿੱਚ ਆਪਣੇ ਕੰਮ ਵੀ ਹੋ ਸਕਦੇ ਨੇ। ਪਰ ਅੱਜ ਖਾਸ ਕਰਕੇ ਆਪਾਂ ਉਸ ਮੁੱਦੇ 'ਤੇ ਗੱਲ ਕਰਾਂਗੇ ਜਿਹੜੀ ਇੱਕ ਬਹੁਤ ਵੱਡੀ ਚੀਜ਼ ਹੈ ਟਰੱਕਿੰਗ ਵਿੱਚ। ਸੋ ਉਹਦੇ ਬਾਰੇ ਗੱਲਬਾਤ ਥੋੜ੍ਹਾ ਕਰਾਂਗੇ ਠਹਿਰ ਕੇ। ਉਸ ਤੋਂ ਪਹਿਲਾਂ ਬੇਸਿਕ ਜਾਣਕਾਰੀ। ਸੋ ਆਪਣੀ ਅਗਸਤ 10 ਤਰੀਕ ਹੋ ਚੁੱਕੀ ਹੈਗੀ ਆ। ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਨਹੀਂ ਉਮੀਦ ਸੀ ਕਿ ਸਾਲ ਇੰਨੀ ਛੇਤੀ ਲੰਘ ਜਾਂਦਾ ਹੈਗਾ, ਪਰ ਹੁਣ ਆਲਰੇਡੀ ਅੱਧ ਤੋਂ ਵੱਧ ਲੰਘ ਚੁੱਕਿਆ ਹੈਗਾ। ਗਰਮੀਆਂ ਦਾ ਪੂਰਾ ਮੌਸਮ ਹੈਗਾ ਬਾਹਰ, ਲੋਕੀ ਆਨੰਦ ਮਾਰਦੇ ਨੇ, ਲੋਕੀ ਵੇਕੇਸ਼ਨਸ 'ਤੇ ਵੀ ਚਲੇ ਗਏ ਨੇ। ਸੋ ਜਿਹੜੀ ਸਾਰੀ ਦੁਨੀਆ ਹੈਗੀ ਆ ਪ੍ਰੀ ਕੋਵਿਡ ਤੋਂ ਪਹਿਲਾਂ ਵਰਗੀ ਹੋਣ ਲੱਗ ਪਈ ਹੈਗੀ ਆ। ਫਿਰ ਵੀ ਆਪਣਾ ਬਚਾਓ ਫਿਰ ਜ਼ਰੂਰ ਕਰਿਆ ਕਰੋ। ਸੋ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਆਪਣੇ ਟੋਨੀ ਸਿੰਘ ਜੋ ਕਿ ਆਪਣੇ ਨਾਲ ਹਮੇਸ਼ਾ ਜੁੜਦੇ ਨੇ। ਟੋਨੀ ਸਿੰਘ ਜੀ ਸਵਾਗਤ ਤੁਹਾਨੂੰ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅਗੇਨ ਤੁਹਾਡਾ ਧੰਨਵਾਦ ਕਿ ਤੁਸੀਂ ਅੱਜ ਜਿਹੜਾ ਸ਼ੋਅ ਬੜਾ ਵਧੀਆ ਤਿਆਰ ਕੀਤਾ ਅੱਜ। ਫਿਰ ਡਾਕਟਰ ਸਾਹਿਬ ਥੈਂਕ ਯੂ ਤੁਹਾਡਾ ਬਹੁਤ ਸਭ ਤੋਂ ਪਹਿਲਾਂ ਹੈਲੋ ਟਰੱਕਿੰਗ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਟੋਨੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਅਸੀਂ ਸਾਰੇ ਜਾਣਦੇ ਹਾਂ ਵੀ ਟਰੱਕਿੰਗ ਦੇ ਵਿੱਚ ਪਿਛਲੇ ਕੁਝ ਟਾਈਮ ਤੋਂ ਅਸੀਂ ਗੱਲ ਕਰ ਰਹੇ ਹਾਂ ਵੀ ਕਿੰਨੇ ਕੁ ਔਖੀ ਹੈਗੀ ਹੈ ਟਰੱਕਿੰਗ ਕਰਨੀ, ਔਰ ਇਹਦੇ ਵਿੱਚ ਆਪਾਂ ਅਗਰ ਛੋਟੀ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ ਤਾਂ ਅਸੀਂ ਕਾਫੀ ਨੁਕਸਾਨ ਕਰਦੇ ਹਾਂ। ਛੋਟੀਆਂ ਬਚਤਾਂ ਜਿਹੜੀਆਂ ਸਾਡੇ ਵਾਧੇ ਕਰਦੀਆਂ। ਬਿਲਕੁਲ ਟਰੱਕਿੰਗ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਟ੍ਰੇਲਰਸ ਆਉਂਦੇ ਆ, ਅਲੱਗ-ਅਲੱਗ ਤਰ੍ਹਾਂ ਦੀਆਂ ਡਿਵੀਜ਼ਨਸ ਹੁੰਦੀਆਂ। ਅੱਜ ਅਸੀਂ ਪਰਟੀਕੂਲਰਲੀ ਕੋਈ ਡਰਾਈਵ ਐਂਡ ਜਾਂ ਰੀਫਰ ਦੀ ਗੱਲ ਨਾ ਕਰਦੇ ਹੋਏ ਅੱਜ ਅਸੀਂ ਗੱਲ ਕਰਾਂਗੇ ਫਲੈਟ ਬੈਡ ਟ੍ਰੇਲਰ ਕੀ ਹੁੰਦਾ। ਬਹੁਤ ਸਾਰੇ ਆਪਣੇ ਜਾਣਨ ਵਾਲਿਆਂ ਨੂੰ ਇਸ ਚੀਜ਼ ਬਾਰੇ ਆਲਰੇਡੀ ਪਤਾ ਹੈ, ਉਹ ਸੋਚਦੇ ਹੋਣਗੇ ਵੀ ਫਲੈਟ ਬੈਡ ਟ੍ਰੇਲਰ ਸਾਨੂੰ ਪਤਾ ਹੈ, ਪਰ ਬਹੁਤ ਬੰਦੇ ਜਿਹੜੇ ਆ ਆਪਣਾ ਕੈਰੀਅਰ ਐਜ਼ ਏ ਫਲੈਟ ਬੈਡ ਟਰੱਕ ਡਰਾਈਵਰ ਜਾਂ ਓਨਰ ਆਪਰੇਟਰ ਚੇਂਜ ਕਰਨਾ ਚਾਹੁੰਦੇ ਆ। ਉਹਨਾਂ ਨੂੰ ਹਾਲੇ ਨਵੇਂ ਬੰਦਿਆਂ ਨੂੰ ਪਤਾ ਨਹੀਂ ਵੀ ਫਲੈਟ ਬੈਡ ਦੇ ਵਿੱਚ ਕੀ ਹੁੰਦਾ ਕੀ ਨਹੀਂ ਹੁੰਦਾ। ਇਹਦੀ ਅੰਦਰ ਜਿੱਦਾਂ ਕਹਿੰਦੇ ਨਾ ਪੰਛੀ ਝਾਤ ਮਾਰਾਂਗੇ ਤੇ ਆਪਾਂ ਇੰਡਸਟਰੀ ਦੇ ਇੱਕ ਬੜੇ ਹੀ ਨਾਮਵਰ ਤੇ ਬਹੁਤ ਐਕਸਪੀਰੀਅੰਸ ਜਿਹੜੇ ਹੈਗੇ ਆ ਰੇ ਗਿੱਲ, ਜਿਹੜੇ ਕਿ ਮੋਟਰ ਟਰੱਕਿੰਗ ਨਾਲ ਸੰਬੰਧਿਤ ਆ, ਸਾਡੇ ਅੱਜ ਐਜ਼ ਏ ਗੈਸਟ ਸ਼ਾਮਲ ਹੋਣਗੇ ਸਕਾਈਪ ਦੇ ਉੱਤੇ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਤੋਂ ਉਹ ਸਾਰੇ ਕੁਐਸਚਨ ਪੁੱਛੇ ਜਾਣ ਜਿਹੜੇ ਕਿ ਇੱਕ ਨਵੇਂ ਬੰਦੇ ਤੋਂ ਲੈ ਕੇ ਇੱਕ ਐਕਸਪੀਰੀਅੰਸ ਹੋਲਡਰ ਬੰਦੇ ਨੂੰ ਹੈਲਪ ਕਰਨਗੇ ਐਜ਼ ਏ ਫਲੈਟ ਬੈਡ ਟਰੱਕਿੰਗ। ਆਈ ਥਿੰਕ ਸਾਡੇ ਨਾਲ ਡਾਕਟਰ ਸਾਹਿਬ ਜੁੜ ਚੁੱਕੇ ਹੈਗੇ ਆ ਰੇ ਗਿੱਲ ਜੀ। ਰੇ ਗਿੱਲ ਜੀ ਸਤਿ ਸ਼੍ਰੀ ਅਕਾਲ। ਰੇ ਜੀ ਸਤਿ ਸ੍ਰੀ ਅਕਾਲ, ਕੀ ਹਾਲ ਹੈ ਤੁਹਾਡਾ ਜੀ? ਬਹੁਤ ਵਧੀਆ, ਤੁਸੀਂ ਦੱਸੋ ਜੀ ਕਿਵੇਂ ਜੀ? ਗੁੱਡ। ਸਭ ਤੋਂ ਪਹਿਲਾਂ ਇੱਕ ਸਿਰਫ ਬੇਨਤੀ ਹੈਗੀ ਜਿਹੜਾ ਆਪਣਾ ਕੈਮਰਾ ਥੋੜਾ ਤੁਸੀਂ ਉੱਪਰ ਨੂੰ ਕਰ ਲਓਗੇ, ਥੋੜਾ ਮੇਰੇ ਕੋਲ ਐਡਜਸਟ ਕਰਨ ਦੀ ਲੋੜ ਹੈਗੀ ਆ, ਫਿਰ ਲੋਕਾਂ ਨੂੰ ਸਾਰਿਆਂ ਨੂੰ ਤੁਹਾਡਾ ਚਿਹਰਾ ਦਿਖ ਸਕਦਾ। ਨਹੀਂ ਹੁਣ ਥੋੜਾ ਨੀਵਾ ਹੋ ਗਿਆ, ਤੁਸੀਂ ਥੋੜਾ ਜਿਹਾ ਠੀਕ ਕਰ ਲਓ ਕੈਮਰਾ ਆਪਣਾ। ਇੱਕ ਮਿੰਟ ਨੋ ਪ੍ਰੋਬਲਮ ਡਾਕਟਰ ਸਾਹਿਬ ਕੋਈ ਗੱਲ ਜਿੰਨਾ ਚਿਰ ਉਹ ਕੈਮਰਾ ਠੀਕ ਕਰਦੇ, ਕਿਉਂਕਿ ਆਪਾਂ ਟਰੱਕਿੰਗ ਦੀ ਗੱਲ ਕਰਦੇ ਬੜੀ ਔਖੇ ਟਾਈਮ ਬੰਦਿਆਂ ਨੇ ਕੱਢਿਆ। ਹੁਣ ਜਿਸ ਤਰ੍ਹਾਂ ਅੱਜ ਦੀ ਡੇਟ 'ਚ ਆਪਾਂ ਕਹਿੰਦੇ ਸੀ ਵਿੰਟਰ ਦੇ ਵਿੱਚ ਪ੍ਰੋਬਲਮਸ ਆ ਰਹੀਆਂ ਡਿਫਰੈਂਟ ਤਰੀਕੇ ਦੇ ਨਾਲ। ਵਿੰਟਰ ਦੇ ਵਿੱਚ ਕਹਿੰਦੇ ਆ ਜੀ ਸਨੋ ਸਟਾਰਮਸ ਆ ਗਏ ਆ, ਹਾਈਵੇ ਕਲੀਨ ਨਹੀਂ ਹੁੰਦੇ, ਉਹ ਇੱਕ ਇਸ਼ੂਜ਼ ਹੈ। ਪਰ ਸਮਰ ਦੇ ਵਿੱਚ ਵੀ ਡਰਾਈਵਰਸ ਜਿਹੜੇ ਰੋਡ ਦੇ ਉੱਤੇ ਉਹ ਇੰਨੇ ਖੁਸ਼ ਜਾਂ ਸੌਖੇ ਨਹੀਂ ਹੁੰਦੇ ਕਿਉਂਕਿ ਹੁਣ ਰੋਡ ਕੰਸਟਰਕਸ਼ਨ ਚੱਲ ਰਹੀ ਹੈ। ਉਹਨਾਂ ਨੂੰ ਬਹੁਤ ਲੰਬੇ ਜਾਮਸ ਦੇ ਵਿੱਚ ਲੱਗਣਾ ਪੈਂਦਾ, ਪਰ ਕੀ ਉਹ ਕੰਪਨਸੇਟ ਹੁੰਦੇ ਆ? ਨਾ ਤਾਂ ਕੰਪਨੀਆਂ ਕੰਪਨਸੇਟ ਹੁੰਦੀਆਂ, ਨਾ ਹੀ ਡਰਾਈਵਰਸ ਓਨਰ ਆਪਰੇਟਰਸ ਕੰਪਨਸੇਟ। ਬਹੁਤ ਵੱਡੀ ਗੱਲ ਹੈ। ਤੇ ਟੋਨੀ ਸਿੰਘ ਜਿਹੜਾ ਨਾ ਆਪਾਂ ਆਪਣੇ ਗੈਸਟ ਨੂੰ ਹੁਣ ਲੈ ਕੇ ਆਉਣ ਤੋਂ ਪਹਿਲਾਂ ਇਹ ਵੀ ਕਹਿ ਦਈਏ ਕਿ ਜਿਹੜੇ ਹਰ ਇੱਕ ਟਰੱਕਿੰਗ ਵਿੱਚ ਆਪਾਂ ਕਹਿ ਦਈਏ ਜਿਹੜਾ ਰੀਫਰ ਵੈਨ ਹੁੰਦੀ ਹੈਗੀ ਹੈ, ਫਲੈਟ ਬੈਡ ਹੁੰਦਾ ਹੈਗਾ, ਡੰਪ ਟਰੱਕ, ਇਹਨਾਂ ਸਾਰਿਆਂ ਦੀ ਟਰੱਕ ਦਾ ਚਲਾਓ ਜਿਹੜਾ ਹੈਗਾ ਨਾ ਵੱਖਰਾ ਹੈਗਾ। ਸੋ ਡਿਪੈਂਡ ਕਰ ਤੁਸੀਂ ਕਿਸ ਤਰ੍ਹਾਂ ਦਾ ਕਰੀਅਰ ਆਪਣਾ ਸ਼ੁਰੂ ਕਰਨਾ ਹੈਗਾ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਸਿਰਫ ਫਲੈਟ ਬੈਡ ਦੀ। ਸੋ ਫਲੈਟ ਬੈਡ ਕੀ ਹੁੰਦਾ ਹੈਗਾ ਉਹਦੇ ਬਾਰੇ ਗੱਲਬਾਤ ਕਰਦੇ ਹਾਂ। ਹੈਲੋ ਰੇ ਭਾਜੀ। ਹਾਂਜੀ ਲਿਟਲ ਬੈਟਰ। ਹਾਂਜੀ ਰੇ ਭਾਜੀ, ਸਾਨੂੰ ਪਹਿਲਾਂ ਤਾਂ ਇਹ ਦੱਸੋ ਵੀ ਤੁਸੀਂ ਕਾਫੀ ਦੇਰ ਤੋਂ ਇੰਡਸਟਰੀ ਦੇ ਵਿੱਚ ਹੋ ਐਜ਼ ਏ ਡਰਾਈਵਰ, ਐਜ਼ ਏ ਓਨਰ ਆਪਰੇਟਰ, ਫਿਰ ਤੁਸੀਂ ਅੱਜ ਇੱਕ ਬੜੀ ਵਧੀਆ ਫਲੀਟ ਦੇ ਓਨਰ ਵੀ ਹੋ। ਸਾਨੂੰ ਆਪਣਾ ਐਕਸਪੀਰੀਅੰਸ ਦੱਸੋ, ਫਲੈਟ ਬੈਡ ਟ੍ਰੇਲਰ ਹੁੰਦਾ ਕੀ ਹੈ? ਟੋਨੀ ਜੀ ਫਲੈਟ ਬੈਡ ਆਈ ਡਿਸਕ੍ਰਾਈਬ ਕਰਨਾ ਬਹੁਤ ਡਿਫਿਕਲਟ। ਜੇ ਤੁਸੀਂ ਇਹਨੂੰ ਕੰਪੈਰੀਜ਼ਨ ਕਰੋਗੇ ਡਰਾਈਵ ਐਂਡ ਰੀਫਰ ਨਾਲ,
ਫਲੈਟ ਬੈਡ ਇੱਕ ਇਹੋ ਜਿਹੀ ਡਿਵੀਜ਼ਨ ਆ ਜਿਹਦੇ ਚ ਐਜ਼ ਅ ਡਰਾਈਵਰ ਤੁਹਾਡੀਆਂ ਰਿਸਪੌਂਸਿਬਿਲਟੀਜ਼ ਐਜ਼ ਕੰਪੇਅਰ ਟੂ ਡਰਾਈਵ ਐਂਡ ਬਹੁਤ ਜ਼ਿਆਦਾ ਨੇ। ਅੱਛਾ ਹਾਂਜੀ, ਕਿਉਂਕਿ ਜਿਹੜਾ ਤੁਹਾਡਾ ਟ੍ਰੇਲਰ ਹੈ ਉਹਦੇ ਉੱਤੇ ਜਿਹੜਾ ਇਕਵਿਪਮੈਂਟ ਜਾਂ ਕੰਸਟਰਕਸ਼ਨ ਮਟੀਰੀਅਲ ਜਾਂ ਕੰਟੇਨਰ ਕੋਈ ਵੀ ਇਕਵਿਪਮੈਂਟ ਲੱਦਦੇ ਆ ਆਪਾਂ ਟ੍ਰੇਲਰ ਦੇ ਉੱਤੇ, ਉਹਨੂੰ ਡੈਸਟੀਨੇਸ਼ਨ ਤੱਕ ਸਿਕਿਉਰਡ ਤੁਸੀਂ ਲੈ ਕੇ ਜਾਣਾ। ਬਿਲਕੁਲ। ਸੋ ਐਜ਼ ਅ ਡਰਾਈਵਰ ਯੂ ਹੈਵ ਟੂ ਮੇਕ ਸ਼ੋਰ ਕਿ ਤੁਸੀਂ ਪ੍ਰੋਪਰਲੀ ਫਰਸਟ ਜੌਬ ਜਿਹੜੀ ਹੈ ਡਰਾਈਵਰ ਦੀ ਔਨ ਸਾਈਟ ਜਾ ਕੇ ਐਨਾਲਾਈਜ਼ ਕਰਨਾ ਵੀ ਉਹਨੇ ਤੁਹਾਡੀ ਆਵਾਜ਼ ਥੋੜੀ ਕੱਟੀ ਜਾ ਰਹੀ ਹੈ ਰੇ ਜੀ, ਤੁਸੀਂ ਰਿਪੀਟ ਕਰੋਗੇ ਕੀ ਕਿਹਾ ਹੁਣੀ? ਜਦੋਂ ਮੈਂ ਇਹ ਕਹਿਣਾ ਚਾਹੁੰਦਾ ਸੀ, ਜਦੋਂ ਡਰਾਈਵਰ ਸ਼ਿਪਰ ਤੇ ਜਾਂਦਾ ਹੈ, ਬਿਲਕੁਲ, ਅਸੀਂ ਉਹਨੂੰ ਲੈਟਸ ਸੇ ਮੈਂ ਉਹਨੂੰ ਡਿਸਪੈਚ ਕਰਤਾ ਵੀ ਫਲਾਨੀ ਜਗ੍ਹਾ ਤੋਂ ਲੋਡ ਚੱਕ ਲਾ, ਬਿਲਕੁਲ। ਡਰਾਈਵਰ ਜਦੋਂ ਔਨ ਸਾਈਟ ਜਾਂਦਾ ਹੈ, ਇਹ ਉਹਦੀ ਰਿਸਪੌਂਸਿਬਿਲਟੀ ਲਾ ਲਓ, ਉਹਦੀ ਐਨਾਲਾਈਜ਼ ਕਰਦਾ ਵੀ ਮੈਂ ਇਹ ਫਰੇਟ ਆਪਦੇ ਟ੍ਰੇਲਰ ਦੇ ਉੱਤੇ ਕਿਵੇਂ ਰੱਖਣਾ, ਬਿਕਾਜ਼ ਸਮ ਟਾਈਮ ਜ਼ਰੂਰੀ ਨਹੀਂ ਹੁੰਦਾ ਵੀ ਫਰੇਟ 53 ਫੀਟ ਹੀ ਲੌਂਗ ਹੋਵੇ ਟ੍ਰੇਲਰ ਜਿੰਨਾ। ਬਿਲਕੁਲ ਬਿਲਕੁਲ। ਕਈ ਵਾਰੀ ਯੂ ਹੈਵ ਟੂ ਮੂਵ ਮਸ਼ੀਨਰੀ ਕ੍ਰੇਟਸ ਜਿਹੜੇ ਕਿ 60,000 ਪਾਉਂਡਸ ਦੇ ਹੁੰਦੇ ਆ, ਬਟ ਉਹ 20 ਫੀਟ ਹੀ ਹੁੰਦੇ ਆ। ਰਾਈਟ। ਯਾ ਤਾਂ ਫਿਰ ਉਹ ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਜਿਹਨੂੰ ਐਕਸਪੀਰੀਅੰਸ ਵੀ ਚਲੋ ਹਰੇਕ ਨੂੰ ਕੰਮ ਕਰਕੇ ਬਣਦਾ, ਉਹਦਾ ਇਹ ਜੌਬ ਹੋ ਜਾਂਦੀ ਆ ਕਿੱਥੇ ਉਹਨੇ ਫਰੇਟ ਰੱਖਣਾ ਟ੍ਰੇਲਰ ਦੇ ਵੀ ਉਹਦੇ weight ਲੀਗਲ ਰਹਿਣ। ਇਹ ਜਿਹੜੀ ਤੁਸੀਂ ਗੱਲ ਕੀਤੀ ਰੇ ਬਹੁਤ ਜ਼ਰੂਰੀ ਹੈ। ਤੁਹਾਡੀ ਆਵਾਜ਼ ਰੇ ਥੋੜੀ ਜੀ ਵਿੱਚੋਂ ਕੱਟੀ ਜਾ ਰਹੀ ਹੈ, ਪਲੀਜ਼। ਰੇ ਆਪਾਂ ਇਹ ਗੱਲ ਬੜੀ ਜ਼ਰੂਰੀ ਹੈ ਜੇ ਤੁਸੀਂ ਕਹੀ ਹੈ ਕਿ ਜਿਹੜਾ ਤੁਸੀਂ weight distribution ਕਿੰਨਾ ਜ਼ਰੂਰੀ ਹੈ, ਕਿਉਂਕਿ ਜੇ ਤੁਹਾਡਾ weight ਤੁਹਾਡਾ ਭਾਰ ਹੈਗਾ ਮਸ਼ੀਨਰੀ ਦਾ ਜੋ ਵੀ ਤੁਸੀਂ ਲੋਡ ਕਰ ਰਹੇ ਹੋ, ਅੱਗੇ ਹੋਵੇ ਪਿੱਛੇ ਵਿਚਾਲੇ ਹੋਵੇ, ਉਹ weight balancing ਬਹੁਤ ਜ਼ਰੂਰੀ ਹੈ ਤੁਹਾਡੇ ਟਰੱਕ ਦੀ ਤੇ ਟ੍ਰੇਲਰ ਦੀ ਸਟੇਬਿਲਿਟੀ ਵਾਸਤੇ। ਯੈਸ, ਬਹੁਤ ਇੰਪੋਰਟੈਂਟ ਹੈ ਜੀ। ਰੇ ਭਾਜੀ, ਜਿੱਦਾਂ ਹੁਣ ਆਪਾਂ ਦੇਖਿਆ ਪਿੱਛੇ ਕੁਝ ਇਨਸੀਡੈਂਟ ਹਾਈਵੇ 1 ਦੇ ਉੱਤੇ ਵੈਂਕੂਵਰ ਦੇ ਵਿੱਚ ਏਰੀਆ ਦੇ ਵਿੱਚ ਹੋਏ ਆ, ਕਿਉਂਕਿ ਇਹ ਪ੍ਰੋਗਰਾਮ ਸਾਰੇ ਨਾਰਥ ਅਮਰੀਕਾ ਦੇ ਵਿੱਚ ਛੱਡ ਕੇ, ਕਿਉਂਕਿ ਜਦੋਂ ਆਨਲਾਈਨ ਕੋਈ ਚੀਜ਼ ਪੈ ਜਾਂਦੀ ਹੈ ਤਾਂ ਪੂਰੇ ਵਰਲਡ ਦੇ ਵਿੱਚ ਲੋਕੀ ਦੇਖ ਸਕਦੇ ਆ, ਇਹਦਾ ਫਾਇਦਾ ਲੈ ਸਕਦੇ ਆ। ਪਰ ਤੁਸੀਂ ਇੱਕ ਗੱਲ ਦੱਸੋ ਵੀ ਪਿੱਛੇ ਜਿਹੜਾ ਜਦੋਂ ਇਹ ਲੋਡ ਕੋਈ ਕੰਸਟਰਕਸ਼ਨ ਇਕਵਿਪਮੈਂਟ ਫਲੈਟ ਬੈਡ ਦੇ ਉੱਤੇ ਰੱਖਿਆ ਜਾਂਦਾ ਜਾਂ ਕੋਈ ਲੋ ਬੈਡ ਹੈ ਜਾਂ ਉਹਦੀ ਆਪਾਂ ਗੱਲ ਬਾਅਦ ਚ ਕਰਾਂਗੇ, ਕਿ ਉਹ ਪ੍ਰੋਪਰ ਪਹਿਲਾਂ ਚੈੱਕ ਕਰਦੇ ਹੈ ਕਿ ਕਿਹੜੇ ਹਾਈਵੇ ਤੋਂ ਲੰਘਣਾ, ਉਹਦੇ ਬ੍ਰਿਜ ਦਾ ਓਵਰਪਾਸ ਕੀ ਹੈ, ਉਹਦੀ ਹਾਈਟ ਲਿਮਿਟ ਕੀ ਹੈ, ਕਿ ਉਹ ਗਲਤੀ ਕਿੱਦਾਂ ਲੱਗ ਜਾਂਦੀ ਹੈ, ਉਹ ਚਾਂਸਸ ਕਿੰਨੇ ਘੱਟ ਹੈ ਉਹਦੇ? ਟੋਨੀ ਜੀ, ਇਹਨੂੰ ਗਲਤੀ ਨਹੀਂ, ਇਹਨੂੰ ਨੈਗਲੀਜੈਂਸ ਕਹਿ ਦਿੰਦੇ ਆ ਤੁਸੀਂ। ਓਕੇ, ਦੈਟਸ ਵੈਰੀ ਗੁੱਡ। ਨੈਗਲੀਜੈਂਸ, ਦੈਟਸ ਰਾਈਟ। ਜਿਹੜਾ ਵਰਡ ਮੈਂ ਤੁਹਾਨੂੰ ਪਹਿਲਾਂ ਯੂਜ਼ ਕੀਤਾ ਪ੍ਰੋਫੈਸ਼ਨਲ ਡਰਾਈਵਰ, ਹੁਣ ਮੈਂ ਫਲੈਟ ਬੈਡ ਇੰਡਸਟਰੀ ਚ ਡਿਸਪੈਚਰ ਵੀ ਆ, ਸਭ ਕੁਝ ਮੈਂ ਕੀਤਾ ਹੈ ਨਾ। ਮੈਂ ਡਿਸਪੈਚ ਕਰਤਾ ਵੀ ਜਾਓ ਜੀ ਫਲਾਨੀ ਜਗ੍ਹਾ ਐਕਸਕੇਵੇਟਰ ਚੱਕ ਲਓ, ਠੀਕ ਹੈ, ਤੁਸੀਂ ਉੱਥੇ ਗਏ ਹੋ ਚੱਕਣ, ਯੂ ਹੈਵ ਟੂ ਮੇਕ ਸ਼ੋਰ ਕਿ ਤੁਹਾਡੀ ਗਰਾਊਂਡ ਤੋਂ ਫਲੈਟ ਬੈਡ ਦੇ ਉੱਤੇ ਫਰੇਟ ਰੱਖ ਕੇ 13.6 ਤੋਂ ਉੱਤੇ ਹਾਈਟ ਨਹੀਂ ਹੋਣੀ ਚਾਹੀਦੀ ਫਰੇਟ। ਅੱਛਾ, ਓਕੇ ਓਕੇ। ਤੇ ਜੇ ਉਹ ਹਾਈ ਮਸ਼ੀਨਰੀ ਆ, ਦੈਨ ਵੀ ਯੂਜ਼ ਸਟੈਪ ਡੈਕਸ ਜਿਹਦੇ ਤੇ ਤੁਸੀਂ 10.6 ਉੱਚਾ ਫਰੇਟ ਰੱਖ ਲੈਂਦੇ ਹੋ। ਬਿਲਕੁਲ ਠੀਕ ਹੈ। ਉਹਦੇ ਤੋਂ ਬਾਅਦ ਲੋ ਬॉय, ਸੋ ਜਿਹੜਾ ਜੈਂਟਲਮੈਨ ਨੇ ਬੂਮ ਸੈੱਟ ਨਹੀਂ ਕੀਤਾ ਸੀ। ਓਕੇ, ਮਸ਼ੀਨਰੀ ਜਦੋਂ ਤੁਸੀਂ ਰੱਖਦੇ ਹੋ, ਤੁਸੀਂ ਸ਼ਿਪਰ ਨੂੰ ਕਹਿ ਸਕਦੇ ਹੋ ਵੀ ਸਪਰੈਡ ਕਰ ਦੇ ਬੂਮ ਨੂੰ ਜਾਂ ਬਿਲਕੁਲ ਬਿਲਕੁਲ ਠੀਕ ਹੈ, ਤਾਂ ਕਿ ਹਾਈਟ ਘਟਾਈ ਜਾਵੇ। ਯੈਸ। ਫਿਰ ਤੁਹਾਡੇ ਕਹਿਣ ਦਾ ਮਤਲਬ ਕਿ ਇਹਦੇ ਵਿੱਚ ਜ਼ਿਆਦਾਤਰ ਰਿਸਪੌਂਸਿਬਿਲਿਟੀ ਡਰਾਈਵਰ ਦੀ ਹੈਗੀ ਆ, ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਦੀ ਰਿਸਪੌਂਸਿਬਿਲਿਟੀ, ਜਾਂ ਉੱਥੇ ਤਜਰਬਾ ਕੰਮ ਆਉਂਦਾ ਜੇ ਆਪਾਂ ਗਲਤ ਨਾ ਹੋਈਏ ਤਾਂ? ਸਭ ਤੋਂ ਪਹਿਲੀ ਰਿਸਪੌਂਸਿਬਿਲਿਟੀ ਡਿਸਪੈਚਰ ਦੀ ਹੈ, ਸਭ ਤੋਂ ਪਹਿਲੀ। ਓਕੇ। ਕਿਉਂਕਿ ਉਹਨੇ ਡਿਸਪੈਚ ਕਰਨਾ ਟਰੱਕ ਨੂੰ, ਕਿਹੜਾ ਟਰੱਕ ਦੇ ਮਗਰ ਕਿਹੜਾ ਟ੍ਰੇਲਰ ਹੈ ਡਿਸਪੈਚਰ ਨੂੰ ਪਤਾ। ਓਕੇ ਓਕੇ। ਉਸ ਤੋਂ ਬਾਅਦ ਮੇਨ ਆ ਜਾਂਦਾ, ਕਈ ਵਾਰੀ ਡਿਸਪੈਚਰਸ ਮਿਸਟੇਕ ਕਰ ਜਾਂਦੇ ਆ, ਉਸ ਤੋਂ ਬਾਅਦ ਆਪਣਾ ਅਗਲਾ ਕੰਸਰਨ ਹੁੰਦਾ ਡਰਾਈਵਰ, ਜਿਹਦੀ ਸਭ ਤੋਂ ਵੱਡੀ ਰਿਸਪੌਂਸਿਬਿਲਿਟੀ ਆ ਉਹ ਫਰੇਟ ਨੂੰ ਸਿਕਿਉਰ ਐਂਡ ਸਾਊਂਡ ਡੈਸਟੀਨੇਸ਼ਨ ਤੇ ਪਹੁੰਚਾਉਣਾ। ਓਕੇ, ਯੈਸ। ਰੇ ਮੈਂ ਠੀਕ ਹੈ ਜੀ, ਕੰਟੀਨਿਊ ਪਲੀਜ਼। ਰੇ ਟੋਨੀ ਸਿੰਘ 1 ਸੈਕਿੰਡ। ਰੇ ਜਿਹੜਾ ਤੁਸੀਂ ਗੱਲ ਕੀਤੀ, ਕਿਉਂਕਿ ਇੱਥੇ ਨਾਲ ਦੇ ਨਾਲ ਜਿਹੜਾ ਸਵਾਲ ਆਉਂਦਾ ਹੈਗਾ ਹਮੇਸ਼ਾ ਸੇਫਟੀ ਦਾ ਹੁੰਦਾ। ਜਦੋਂ ਤੁਸੀਂ ਕਹਿੰਦੇ ਹੋ ਕਿ ਜਦੋਂ ਵੀ ਕਿਸੇ ਨੇ ਕੋਈ ਯਾਰਡ ਤੋਂ ਕੰਸਟਰਕਸ਼ਨ ਇਕਵਿਪਮੈਂਟ ਚੱਕ ਕੇ ਚਲੇ ਜਾਂਦਾ, ਯਾਰਡ ਤੋਂ ਨਿਕਲਣ ਤੋਂ ਬਾਅਦ ਜਾਂ ਯਾਰਡ ਤੋਂ ਨਿਕਲਣ ਤੋਂ ਕਿਹਦੀ ਰਿਸਪੌਂਸਿਬਿਲਿਟੀ ਹੈ ਕਿ ਜਿਹੜਾ ਲੋਡ ਹੈਗਾ ਉਹ ਪੂਰਾ ਸਿਕਿਉਰਡ ਆ ਤੇ ਸੇਫ ਦੇ ਨਾਲ ਆਪਣੇ ਸਿਕਿਉਰਡ ਹੈਗਾ? ਉਹ ਕੀ ਡਰਾਈਵਰ ਦੀ ਹੈਗੀ ਆ, ਸ਼ਿਪ ਯਾਰਡ ਦੀ ਹੈਗੀ ਆ, ਜਾਂ ਆਪਣੇ ਕੰਸਟਰਕਸ਼ਨ ਕੰਪਨੀ ਦੀ ਹੈਗੀ ਆ? ਲਾਈਕ whose responsibility is it at the end of the day? Okay, as I'm again going to use the same word, professional. ਜੇ ਤੁਹਾਨੂੰ ਲੱਗਦਾ ਐਜ਼ ਅ ਡਰਾਈਵਰ ਵੀ ਜਿਹੜਾ ਫਰੇਟ ਤੁਸੀਂ ਡੈਕ ਤੇ ਰਖਾਇਆ ਉਹ ਸਿਕਿਉਰ ਨਹੀਂ ਹੈਗਾ, ਠੀਕ ਹੈ, ਉਹ ਤੁਹਾਨੂੰ ਯੂ ਡੋਨਟ ਫੀਲ ਸੇਫ ਟੇਕਿੰਗ ਇਟ ਟੂ ਦ ਰੋਡ, ਓਕੇ, ਜਿੰਨੀ ਦੇਰ ਤੁਸੀਂ ਸ਼ਿਪਰ ਦੀ ਯਾਰਡ ਚੋਂ, ਸ਼ਿਪਰ ਦੀ ਰਿਸਪੌਂਸਿਬਿਲਿਟੀ ਹੈ ਵੀ ਉਹ ਤੁਹਾਨੂੰ ਓਕੇ ਸੈਟੀਸਫਾਈ ਕਰੇ
ਓਕੇ ਓਕੇ ਇਹ ਸ਼ਿਪਰ ਦੀ ਰਿਸਪੌਂਸਿਬਿਲਟੀ ਆ ਤੁਹਾਨੂੰ ਸੈਟੀਸਫਾਈ ਕਰੇ। ਜਦ ਤੱਕ ਐਜ਼ ਅ ਪ੍ਰੋਫੈਸ਼ਨਲ ਡਰਾਈਵਰ ਤੁਸੀਂ ਉਹਨੂੰ ਕਹੀ ਜਾਓਗੇ ਨੋ ਦਿਸ ਇਜ਼ ਨਾਟ ਸੇਫ, ਆਮ ਨਾਟ ਗੋਣਾ ਟੇਕ ਇਟ। ਓਕੇ, ਸੋ ਡਰਾਈਵਰ ਕੋਲੇ ਰਾਈਟ ਸੋ ਡਰਾਈਵਰ ਕੋਲੇ ਰਾਈਟ ਹੈਗਾ ਵੀ ਜੇ ਉਹ ਫੀਲ ਕਰੇ ਵੀ ਇਹ ਲੋਡ ਸੇਫ ਨਹੀਂ ਹੈਗਾ ਤੇ ਉਹ ਕਹਿ ਸਕਦਾ ਸ਼ਿਪਰ ਨੂੰ ਮੈਂ ਲੋਡ ਨਹੀਂ ਲੈ ਕੇ ਜਾਣਾ, ਰਿਫਿਊਜ਼ ਕਰ ਸਕਦਾ। ਬਿਲਕੁਲ ਹੈਗਾ। ਓਕੇ, ਅੱਛਾ ਰੇ ਭਾਜੀ ਇੱਕ ਚੀਜ਼ ਹੋਰ ਦੱਸੋ, ਆਪਾਂ ਦੇਖਿਆ ਵੀ ਬਹੁਤ ਸਾਰੇ ਲੋਡਸ ਦੇ ਨਾਲ ਜਿਹੜੇ ਕਿ ਜਦੋਂ ਫਲੈਟ ਬੈੱਡ ਦੇ ਉੱਤੇ ਹੁੰਦੇ ਆ ਲੋਡ, ਉਹ ਵਾਈਡ ਲੋਡਸ ਹੁੰਦੇ ਆ, ਉਹਨਾਂ ਦੇ ਨਾਲ ਪਾਇਲਟ ਕਾਰਸ ਹੁੰਦੀਆਂ। ਕੀ ਇਹੋ ਜਿਹੇ ਲੋਡਸ ਦੇ ਨਾਲ ਪਾਇਲਟ ਕਾਰ ਕਿਹਨਾਂ ਲੋਡਸ ਤੇ ਜ਼ਰੂਰਤ ਹੁੰਦੀ ਹੈ ਜਾਂ ਕਿਹਨਾਂ ਦੀ ਨਹੀਂ ਜ਼ਰੂਰਤ, ਕਿੰਨੀ ਕੁ ਉਹਦੀ ਲਿਮਿਟ ਹੁੰਦੀ ਹੈ, ਕਿੰਨਾ ਕੁ ਵਾਈਡ ਹੋਣਾ ਚਾਹੀਦਾ ਲੋਡ? ਹਰ ਪ੍ਰੋਵਿੰਸ ਦਾ ਅੱਡ ਹੈ ਜੀ। ਓਕੇ, ਜਿਵੇਂ BC ਕਹਿੰਦਾ ਵੀ 11.4 ਤੋਂ ਵਾਈਡ ਹੋਵੇ ਤਾਂ ਤੁਹਾਨੂੰ ਪਾਇਲਟ ਕਾਰ ਚਾਹੀਦੀ ਹੈ। ਠੀਕ, ਓਕੇ। ਓਨਟਾਰੀਓ ਕਹਿੰਦਾ ਵੀ ਯੂ ਕਾਂਟ ਇਵਨ ਡਰਾਈਵ ਆਫਟਰ ਸਨਸੈਟ। ਰੇ ਭਾਜੀ ਤੁਹਾਡੀ ਆਵਾਜ਼ ਮੇਰੇ ਖਿਆਲ ਥੋੜੀ ਜਿਹੀ ਮਿਸਪਲੇਸ ਹੋਈ ਹੈ, ਤੁਸੀਂ ਓਨਟਾਰੀਓ ਚ ਕੀ ਕਿਹਾ ਜੀ, ਦੁਬਾਰਾ ਬੋਲਿਓ ਪਲੀਜ਼। ਓਨਟਾਰੀਓ ਦਾ ਜਿਹੜਾ ਹੈਗਾ ਜੀ ਰੂਲਸ ਐਂਡ ਰੈਗੂਲੇਸ਼ਨਸ, ਦੇ ਡੋਨਟ ਲੈਟ ਯੂ ਡਰਾਈਵ ਆਫਟਰ ਸਨਸੈਟ। ਓਕੇ, ਆਫਟਰ ਸਨਸੈਟ। ਓਕੇ, ਸੋ ਅਲਬਰਟਾ ਦੇ ਵਿੱਚ ਬੰਦਾ ਹੁਣ BC ਅਲਬਰਟਾ ਦਾ ਨਾਲ ਪ੍ਰੋਵਿੰਸ ਹੈ, ਕਿਸੇ ਬੰਦੇ ਨੇ ਮੋਸਟਲੀ ਜੇ ਵੈਂਕੂਵਰ ਤੋਂ ਆਪਣੇ ਕੈਲਗਰੀ ਲੋਡ ਲੈ ਕੇ ਜਾਣਾ ਜਾਂ ਐਡਮਿੰਟਨ ਲੋਡ ਲੈ ਕੇ ਜਾਣਾ, ਤੇ ਜਦੋਂ ਉਹ ਕੈਲਗਰੀ ਪ੍ਰੋਵਿੰਸ ਅਲਬਰਟਾ ਪ੍ਰੋਵਿੰਸ ਐਂਟਰ ਹੁੰਦਾ ਉੱਥੇ ਲਾਅ ਚੇਂਜ ਹੋ ਜਾਂਦਾ ਜਾਂ ਸੇਮ ਹੀ ਰਹਿੰਦਾ ਜੀ? ਨੋ, ਐਵਰੀ ਪ੍ਰੋਵਿੰਸ ਦਾ ਲਾਅ ਚੇਂਜ ਹੈ ਜੀ, ਉਹਦੇ ਪਰਮਿਟਸ ਦੇ ਰੈਗੂਲੇਸ਼ਨ ਚੇਂਜ ਹੈ। ਓਕੇ, ਅਲਬਰਟਾ ਦੇ ਵਿੱਚ ਡਿਫਰੈਂਟ, ਸਸਕੈਚੁਅਨ ਡਿਫਰੈਂਟ, ਐਵਰੀ ਪ੍ਰੋਵਿੰਸ ਗਾਟ ਅ ਡਿਫਰੈਂਟ। ਸੋ ਇੱਕ ਡਿਸਪੈਚਰ ਨੂੰ ਜਾਂ ਇੱਕ ਲੋਡ ਬ੍ਰੋਕਰ ਨੂੰ ਜਦੋਂ ਤੁਸੀਂ ਲੋਡ ਭੇਜਣਾ ਤੇ ਤੁਸੀਂ ਉਹ ਡਿਫਰੈਂਟ ਪ੍ਰੋਵਿੰਸਿਸ ਜਿੱਥੇ ਜਾਣਾ ਉਹਦੇ ਪਰਮਿਟ ਜਾਂ ਉਹ ਸਾਰੀ ਰੈਗੂਲੇਸ਼ਨ ਤੁਸੀਂ ਦੇਖਣੀ ਆ, ਉਹਦੇ ਹਿਸਾਬ ਨਾਲ ਸਾਰਾ ਰੈਡੀ ਕਰਨਾ, ਤੁਹਾਡੀ ਜ਼ਿੰਮੇਵਾਰੀ ਹੈ ਨਾ ਕੰਪਨੀ ਦੀ। ਹਾਂਜੀ, ਠੀਕ ਹੈ। ਨਾਲ ਦਾ ਰੇ ਜਦੋਂ ਆਪਾਂ ਗੱਲ ਕਰਦੇ ਆ ਫਲੈਟ ਬੈੱਡ ਦੀ, ਆਪਾਂ ਦੇਖਿਆ ਕਿ ਕਾਫੀ ਜਿਹੜੇ ਡਰਾਈਵਰਸ ਨੇ ਉਹਨਾਂ ਨੂੰ ਬਾਹਰ ਜਾ ਕੇ ਆਪਣੇ ਕੋਈ ਨਾ ਕੋਈ ਸੰਦ ਯੂਜ਼ ਕਰਨੇ ਪੈਂਦੇ, ਟੂਲਸ ਯੂਜ਼ ਕਰਨੇ ਪੈਂਦੇ ਨੇ। ਕੀ ਫਲੈਟ ਬੈੱਡ ਵਾਸਤੇ ਕੋਈ ਵੱਖਰੇ ਟੂਲਸ ਨੂੰ ਆਪ ਖਰੀਦਣੇ ਪੈਂਦੇ ਆ ਕਿ ਉਹ ਤੁਹਾਡੇ ਟ੍ਰੇਲਰ ਦੇ ਨਾਲ ਹੀ ਆਉਂਦੇ ਆ? ਉਹ ਨਹੀਂ, ਸਾਰਾ ਇਕਵਿਪਮੈਂਟ ਤੁਹਾਨੂੰ ਆਪ ਲੈਣਾ ਪੈਂਦਾ ਜੀ। ਓਕੇ। ਫਰਸਟ ਜਿਹੜੀ ਚੀਜ਼ ਹੈ ਲੋਡ ਬਾਰ, ਜਿਹਦੇ ਨਾਲ ਤੁਸੀਂ ਸਟ੍ਰੈਪਸ ਸਿਕਿਉਰ ਕਰਦੇ ਹੋ, ਜਿਵੇਂ ਸਟ੍ਰੈਪਸ ਹੋ ਗਈਆਂ, ਚੇਨਸ, ਬਾਈਂਡਰਸ। ਫਿਰ ਅਸੀਂ ਬਹੁਤ ਤਰ੍ਹਾਂ ਦੇ ਕਾਰਨਰ ਪ੍ਰੋਟੈਕਟਰਸ ਯੂਜ਼ ਕਰਦੇ ਆ। ਫਿਰ ਸਾਨੂੰ ਕੋਇਲ ਬੰਕਸ ਚਾਹੀਦੇ ਆ। ਸੋ ਬੇਸਿਕਲੀ ਇਹ ਡਿਪੈਂਡ ਕਰਦਾ ਤੁਸੀਂ ਕਿਹੜੀ ਇੰਡਸਟਰੀ ਨੂੰ ਮੂਵ ਕਰ ਰਹੇ ਹੋ, ਕੀ ਮੂਵ। ਬਿਲਕੁਲ, ਓਕੇ। ਐਵਰੀ ਲੋਡਸ ਗਾਟ ਅ ਡਿਫਰੈਂਟ ਇਕਵਿਪਮੈਂਟ ਟੂ ਬੀ ਯੂਜ਼ਡ ਟੂ ਸਿਕਿਉਰ ਦ ਲੋਡ। ਤੇ ਫਿਰ ਰੇ ਭਾਜੀ ਜੇ ਹੁਣ ਇਹਦੇ ਵਿੱਚ ਆਫ ਕੋਰਸ ਫਿਰ ਲੋਕੀ ਕਹਿੰਦੇ ਕਈ ਵੀ ਫਲੈਟ ਬੈਡ ਡਰਾਈਵਰ ਕੀ ਇੱਕ ਰੈਗੂਲਰ ਜਿਹੜਾ ਆਪਣਾ ਡਰਾਈਵ ਐਂਡ ਜਾਂ ਰੀਫਰ ਹੈ ਉਹ ਤੋਂ ਵੱਧ ਪੈਸੇ ਕਮਾਉਂਦਾ, ਕੀ ਇਹ ਸੱਚ ਹੈ? ਹਾਂਜੀ, ਜੇ ਪੈਸੇ ਵੱਧ ਕਮਾਉਂਦਾ ਤੇ ਉਹਦੇ ਸਕਿੱਲਸ ਵੀ ਤੁਸੀਂ ਦੱਸੇ ਜਿੱਦਾਂ ਦੱਸਿਆ ਵੀ ਜ਼ਿਆਦਾ ਉਹਨੂੰ ਕਰਨਾ ਪੈਂਦੇ, ਉਹਦੇ ਕੋਲ ਔਜ਼ਾਰ ਵੀ ਥੋੜੇ ਵੱਧ ਚਾਹੀਦੇ ਬਾਕੀ ਨਾਲੋਂ, ਕਿਉਂਕਿ ਇੱਕ ਡਰਾਈਵ ਦੇ ਵਿੱਚ ਬੰਦਾ ਲੋਡ ਲੈ ਕੇ ਜਾਂਦਾ, ਉਹ ਮੇਰੇ ਖਿਆਲ ਦੇ ਵਿੱਚ ਉਹਦਾ ਲੋਡ ਯਾਰਡ 'ਚ ਗਿਆ ਤੇ ਇੱਕ ਫਲੈਟ ਬੈਡ ਦਾ ਦਿਆ, ਦੋਨਾਂ 'ਚ ਡਿਫਰੈਂਸ ਬਹੁਤ। ਉਹਨੇ ਸਿੱਧਾ ਜਾ ਕੇ ਡੌਕ ਤੇ ਲਾਇਆ, ਗੱਲ ਖਤਮ। ਬਟ ਫਲੈਟ ਬੈਡ 'ਚ ਕਿੱਦਾਂ ਹੁੰਦਾ ਜੀ? ਟੋਨੀ ਜੀ, ਫਲੈਟ ਬੈਡ ਦੇ ਵਿੱਚ ਬਹੁਤ ਚੰਗੀਆਂ ਚੀਜ਼ਾਂ ਵੀ ਆ, ਜਿਵੇਂ ਡਰਾਈਵਰਸ ਵਾਲੇ ਮੁੰਡੇ ਆ, ਚਲੋ ਸਾਰੇ ਆਪਣੇ ਵੀਰ ਭਾਈ ਆ, ਇਹਨਾਂ ਦੇ ਕੰਮ ਹੈ ਜਿਹੜਾ 7 ਡੇਜ਼ ਅ ਵੀਕ ਹੈ, ਬਿਲਕੁਲ ਡੇ ਐਂਡ ਨਾਈਟ। ਫਲੈਟ ਬੈਡ ਦਾ ਕੰਮ ਹੈ ਮੰਡੇ ਟੂ ਫਰਾਈਡੇ। ਅੱਛਾ, ਠੀਕ ਹੈ, ਓਕੇ ਓਕੇ। ਹਾਂਜੀ, ਫਲੈਟ ਬੈਡ ਇਜ਼ ਮੰਡੇ ਟੂ ਫਰਾਈਡੇ। ਕੋਈ ਬਹੁਤ ਰੇਅਰ ਆ ਵੀ ਤੁਹਾਨੂੰ ਜੌਬ ਸਾਈਟਸ ਹੁਣ ਜਿਹੜੀਆਂ ਸੈਟਰਡੇ ਵੀਕਐਂਡ ਜਾਂ ਸੰਡੇ ਤੁਹਾਡੀ ਆਫਲੋਡਿੰਗ ਜਾਂ ਰੀਲੋਡਿੰਗ ਕਰਨ। ਤੇ ਫਲੈਟ ਬੈਡ ਦਾ ਡਰਾਈਵਰ ਜਦੋਂ ਵੀ ਕਿਤੇ ਫਰੇਟ ਲਾਉਣ ਜਾਂਦਾ ਹੈ, ਹੀ ਨੋਜ਼ ਕਿ ਮੇਰੇ 5 ਘੰਟੇ ਈਜ਼ੀ ਲੱਗ ਜਾਣੇ। ਓਕੇ, ਅੱਛਾ, ਓਕੇ। ਕਿਉਂਕਿ ਜੇ ਤੁਸੀਂ ਟਾਰਪ ਲੋਡ ਲੈ ਕੇ ਗਏ ਹੋ, ਐਟਲੀਸਟ 45 ਮਿੰਟਸ ਤੋਂ 50 ਮਿੰਟਸ ਦਾ ਆਫ ਕਰਨ ਨੂੰ ਲੱਗ ਜਾਂਦੇ ਆ। ਫਿਰ ਤੁਸੀਂ ਸਟ੍ਰੈਪਸ ਲਾਉਣੀਆਂ ਜਾਂ ਚੇਨਸ ਲਾਉਣੀਆਂ, ਜਦੋਂ ਤੱਕ ਰਿਸੀਵਰ ਨੇ ਰੈਡੀ ਹੋਣਾ ਹੁੰਦਾ ਤੁਹਾਨੂੰ ਲਾਉਣ ਨੂੰ, ਤੁਸੀਂ ਵੀ ਆਪਦਾ ਉਦੋਂ ਪਹਿਲਾਂ ਸਾਰਾ ਪ੍ਰੈਪ ਕੀਤੀ ਹੁੰਦੀ ਆ। ਯੂ ਨੋ ਇਟ ਟੇਕਸ ਨਾਰਮਲੀ ਆਵਰ ਐਂਡ a half ਟੂ ਆਫਲੋਡ ਅ ਟ੍ਰੇਲਰ, ਬਟ ਉਹਦਾ ਜਿਹੜਾ ਪ੍ਰੋਸੈਸ ਟੂ ਅਨਸਿਕਿਉਰ ਦ ਲੋਡ, ਸਾਰਾ ਕੁਝ ਰੈਡੀ ਕਰਨ ਲਈ ਇਟ ਟੇਕਸ। ਤੁਹਾਡੀ ਆਵਾਜ਼ ਥੋੜੀ ਜਿਹੀ ਰੇ ਜੀ ਮੇਰੇ ਖਿਆਲ ਦੇ ਵਿੱਚ ਕੱਟੀ ਜਾ ਰਹੀ ਹੈ, ਪਲੀਜ਼ ਉਹਨੂੰ ਦੇਖ ਲਓ। ਤੁਸੀਂ ਟਾਰਪ ਦੀ ਗੱਲ ਕੀਤੀ ਹੈਗੀ ਹੈ ਨਾ, ਹੁਣ ਟਾਰਪ ਦੀ ਕਿੰਨੀ ਕੁ ਮਹੱਤਤਾ ਹੈਗੀ ਆ ਇਹਦੇ ਵਿੱਚ? ਫਲੈਟ ਬੈਡ ਦੇ ਵਿੱਚ ਟਾਰਪ ਪਾਉਣ ਲਈ ਕੋਈ ਤਕਨੀਕ ਹੈਗੀ ਆ ਕੋਈ ਜਿਹੜੀ ਕਿ ਆਮ ਜਿਹੜੇ ਨਵੇਂ ਜਿਹੜੇ ਹੈਗੇ ਡਰਾਈਵਰਸ ਉਹਨਾਂ ਨੂੰ ਤੁਸੀਂ ਦੱਸਣਾ ਚਾਹੋਗੇ ਵੀ ਇਹ ਪਾਰਟਿਕੂਲਰ 2-3 ਘੁੰਡੀਆਂ ਹੈਗੀਆਂ ਵੀ ਇਹ ਯੂਜ਼ ਜ਼ਰੂਰ ਕਰਨੀ ਚਾਹੀਦੀ ਹੈ ਜਿੱਥੇ ਗਲਤੀਆਂ ਕਰਦੇ ਬੰਦੇ? ਟੋਨੀ ਜੀ, ਸਭ ਤੋਂ ਵੱਡੀ ਤਾਂ ਮੈਨੂੰ ਜੋ ਪਰਸਨਲੀ ਲੱਗਦਾ ਇਸ ਇੰਡਸਟਰੀ ਦੇ ਵਿੱਚ, ਹੁਣ ਦੇਖੋ ਮੈਂ ਵੀ ਕੰਪਨੀ ਦਾ ਓਨਰ ਆ, ਕਈ ਵਾਰੀ ਕੀ ਹੁੰਦਾ ਤੁਹਾਨੂੰ ਕਸਟਮਰ ਕਹਿ ਦਿੰਦਾ ਵੀ ਟਾਰਪ ਲੋਡ, ਸਾਡਾ ਡਰਾਈਵਰ ਉੱਥੇ ਆ ਜਾਂਦਾ ਸ਼ਿਪਰ ਦੇ। ਅਸੀਂ ਫਾਈਟ ਨਹੀਂ ਕਰਦੇ, ਜੇ ਸ਼ਿਪਰ ਕੋਲੇ ਟਾਰਪਿੰਗ ਸਟੇਸ਼ਨ ਹੈ ਨਹੀਂ ਨਾ, ਨੋ ਵੇ ਉਹ ਤੁਹਾਨੂੰ ਫੋਰਸ ਨਹੀਂ ਕਰ ਸਕਦਾ।
ਓਕੇ WCP ਇਹ ਗੱਲ ਕਹਿੰਦੀ ਆ ਵੀ ਜੇ ਉੱਪਰ ਟਾਰਪਿੰਗ ਸਟੇਸ਼ਨ ਹੋਵੇ। ਜਦੋਂ ਤੁਸੀਂ ਜਿਹੜੇ ਮੈਂ ਵੀ ਉਹਨਾਂ ਦੇ ਵਿੱਚ ਪਹਿਲਾਂ ਸੀ। ਓਕੇ ਰੇ, ਜਦੋਂ ਤੁਸੀਂ ਗੱਲ ਕੀਤੀ ਆਪਣੇ ਟਾਈਮਿੰਗ ਦੀ ਕਿ ਕਦੇ ਕਦੇ 1.5-2 ਘੰਟੇ ਲੱਗ ਜਾਂਦੇ ਆ ਵੱਧ, ਇਹ ਕੀ ਲੋਡ ਫਰੇਟ ਤੇ ਜਿਹੜਾ ਤੁਹਾਡਾ ਲੋਡ ਰੇਟ ਹੈਗਾ ਉਹਦੇ ਵਿੱਚ ਹੀ ਗਿਣਿਆ ਜਾਂਦਾ ਕਿ ਇਜ਼ ਇਟ ਟੋਟਲ ਪਾਰਟ ਆਫ ਟੋਟਲ ਵਰਕਿੰਗ ਆਵਰਸ? ਡਾਕਟਰ ਸਾਹਿਬ ਦੇ ਕਹਿਣ ਦਾ ਮਤਲਬ ਟਾਰਪਿੰਗ ਪੇਡ ਹੁੰਦੀ ਹੈ ਕਿ ਨਹੀਂ ਹੁੰਦੀ, ਰਾਈਟ? ਜਿਹੜੇ ਜਦੋਂ ਤੁਸੀਂ ਕੋਈ ਵੀ ਅਨਲੋਡ ਕਰਨਾ ਲੋਡ ਕਰਨਾ, ਤੁਸੀਂ ਸਟ੍ਰੈਪਸ ਬਣਨੇ ਆ ਆਪਣਾ, ਜਿਹੜਾ ਤੁਹਾਡਾ 1.5-2 ਘੰਟੇ ਲੱਗ ਜਾਂਦੇ ਵੱਧ, ਉਹ ਤੁਸੀਂ ਪੂਰੇ ਆਲਰੇਡੀ ਲੋਡ ਰੇਟ ਦੇ ਵਿੱਚ ਹੀ ਹੋ ਤੁਸੀਂ ਕਰ ਦਿੰਦੇ ਹੋ ਅਕੋਮੋਡੇਟ ਕਿ ਇਜ਼ ਟੋਟਲ ਆਵਰਲੀ ਚਾਰਜ ਹੁੰਦਾ ਤੁਹਾਡਾ ਫਿਰ ਉਹ? ਓਕੇ ਡਾਕਟਰ ਸਾਹਿਬ, ਜਦੋਂ ਆਪਾਂ ਡਰਾਈਵਰ ਨੂੰ ਪੇ ਕਰਦੇ ਆ ਆਪਾਂ ਨੂੰ ਐਕਸਟਰਾ ਪੇ ਸਟਾਰਪਿੰਗ ਵਗੈਰਾ ਪੇ ਕਰਦੇ ਆ। Okay, ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਯੈਸ, ਜਿਵੇਂ ਮੈਨੂੰ ਕਸਟਮਰ ਕੀ ਦਿੰਦਾ, ਕਸਟਮਰ ਮੈਨੂੰ ਇਹ ਕਹਿੰਦਾ ਵੀ ਅਸੀਂ ਕਸਟਮਰ ਨੂੰ ਕਹਿੰਦੇ ਆ 3 ਆਵਰਸ ਫ੍ਰੀ, ਰਾਈਟ, ਨੋ ਪ੍ਰੋਬਲਮ। ਓਕੇ 3 ਆਵਰਸ ਤੋਂ ਬਾਅਦ ਮਾਈ ਡਰਾਈਵਰ ਇਜ਼ ਔਨ ਦ ਕਲੌਕ। ਅੱਛਾ, ਤੁਸੀਂ ਸਾਨੂੰ ਵਧੀਆ ਜਾਣਕਾਰੀ ਦੇ ਰਹੇ ਆ। ਤੁਸੀਂ ਇੱਕ ਸਾਨੂੰ ਦੱਸੋ ਵੀ ਜਿਹੜੇ ਹੈਗੇ ਆ ਫਲੈਟ ਬੈਡ ਟ੍ਰੇਲਰ, ਲੋਕੀ ਮੋਸਟਲੀ ਇਹ ਕਹਿੰਦੇ ਵੀ ਫੱਟੇ ਦਾ ਕੰਮ ਕਰਦੇ, ਇਹ ਕਿਉਂ ਇਦਾਂ ਕਹਿੰਦੇ ਆ ਜੀ ਆਪਣੀ ਲੈਂਗੁਏਜ ਫੱਟੇ ਦਾ ਕੰਮ ਕਰਦੇ ਫਲੈਟ ਬੈਡ ਨੂੰ? ਕੀ ਇਹ ਕਿੱਥੋਂ ਬਣੀ ਗੱਲ? ਇਹ ਗੱਲ ਦਾ ਐਕਚੁਅਲੀ ਇਹ ਸਾਰੇ ਪੁਰਾਣੇ ਬੰਦਿਆਂ ਨੇ ਜਿਹੜੇ ਕਰਦੇ ਹੋਣੇ ਆ ਉਹਨਾਂ ਨੇ ਚੋਰੀ ਹੋਣੀ ਆ। ਫੱਟੇ ਦਾ ਕੰਮ ਬੇਸਿਕਲੀ ਇਹ ਕਹਿ ਦਿੰਦੇ ਆ ਵੀ ਇਹ ਓਪਨ ਡੈਕ ਕਰਕੇ ਬਾਹਲਾ ਕਹਿੰਦੇ ਆ ਵੀ ਫੱਟੇ ਦਾ ਕੰਮ ਕਰਦੇ। ਬਿਲਕੁਲ ਬਿਲਕੁਲ, ਕਿਉਂਕਿ ਮੋਸਟਲੀ ਬੰਦੇ ਕਹਿੰਦੇ ਵੀ ਕਾਹਦਾ ਕੰਮ ਕਰਦੇ ਜੇ ਫਲੈਟ ਬੈਡ ਦਾ, ਉਹ ਕਹਿੰਦੇ ਫੱਟੇ ਦਾ ਕੰਮ ਕਰਦੇ। ਓਕੇ, ਸੋ ਇਹ ਨਵੀਂ ਇੱਕ ਕਾਰਡ ਹੈ ਮੇਰੇ ਖਿਆਲ ਆਪਣੀ ਕਮਿਊਨਿਟੀ ਦੇ, ਫਲੈਟ ਬੈਡ ਨੂੰ ਫੱਟੇ ਦਾ ਕੰਮ ਕਿਹਾ ਜਾਂਦਾ। ਹਾਂਜੀ, ਆਪਣੀ ਕਮਿਊਨਿਟੀ ਜ਼ਿਆਦਾ ਫੱਟੇ ਦਾ ਕੰਮ ਕਰਦੀ। ਅੱਛਾ, ਦੱਸੋ ਫਲੈਟ ਬੈਡ ਟ੍ਰੇਲਰ ਜਿਹੜੇ ਹੈ ਨਾ ਉਹ ਕਈ ਡਿਫਰੈਂਟ ਟਾਈਪਸ ਦੇ ਆਉਂਦੇ ਹੈਗੇ, ਜਿਹੜੇ ਮੋਸਟ ਕਾਮਨਲੀ ਯੂਜ਼ ਹੁੰਦੇ ਆ, ਜਿੱਦਾਂ ਤੁਸੀਂ ਪਹਿਲਾਂ ਗੱਲ ਕੀਤੀ ਸਟੈਪ ਡੈਕ, ਹੋਰ ਕਿਹੜੇ ਡਿਫਰੈਂਟ ਤਰ੍ਹਾਂ ਦੇ ਟ੍ਰੇਲਰ ਹੈਗੇ ਜਿਹੜੇ ਜ਼ਿਆਦਾ ਯੂਜ਼ ਹੁੰਦੇ ਹੈਗੇ? ਟੋਨੀ ਜੀ, ਜਿਵੇਂ ਮੈਂ ਤੁਹਾਨੂੰ ਕਿਹਾ ਵੀ ਹਰ ਕੰਪਨੀ ਦਾ ਆਪਦਾ ਦਾਇਰਾ। ਜੇ ਕੋਈ ਪਾਈਪਸ ਮੂਵ ਕਰਦਾ ਉਹ ਜ਼ਿਆਦਾ ਫਲੈਟ ਡੈਕਸ ਤੇ ਮੂਵ ਕਰਦੇ ਆ, ਮਸ਼ੀਨਰੀ ਮੂਵ ਕਰਦੇ ਸਟੈਪ ਡੈਕ ਤੇ। ਠੀਕ ਹੈ। ਜੇ ਕੋਈ ਹੈਵੀ ਹਾਲ ਕਰਦਾ ਉਹ ਲੋ ਬॉयਜ਼ ਤੇ ਕਰਦਾ। ਫਿਰ ਲੋ ਬॉयਜ਼ ਦੇ ਜੀਪਸ ਆ ਜਾਂਦੀਆਂ ਜਿਹੜੇ ਟ੍ਰੇਲਰਾਂ ਦੇ 50-50 60-60 ਟਾਇਰ ਵੀ ਨੇ। ਅੱਛਾ, ਉਹਨੂੰ ਲੋ ਬॉयਜ਼ ਕਹਿੰਦੇ ਜੀ? ਹਾਂਜੀ, ਲੋ ਬॉयਜ਼ ਵਿਦ ਜੀਪ ਕਹਿ ਦਿੰਦੇ ਅਸੀਂ ਉਹਨਾਂ ਨੂੰ। ਉਹ ਜੀਪਸ ਨਾਲ ਲੱਗ ਜਾਂਦੀਆਂ, ਉਹ ਹੈਗੀਆਂ ਸੁਪਰ ਹੈਵੀ ਹਾਲਸ ਨੇ। ਓਕੇ, ਅੱਛਾ ਰੇ ਭਾਈ, ਇੱਕ ਚੀਜ਼ ਹੋਰ ਵੀ ਹੁੰਦੀ ਹੈ ਵੀ ਕੁਝ ਬੰਦੇ ਇੱਕ ਟ੍ਰੇਲਰ ਪਾਇਆ ਹੁੰਦਾ, ਡਾਕਟਰ ਸਾਹਿਬ ਅਸੀਂ ਕਈ ਵਾਰ ਦੇਖਦੇ ਹਾਂ ਤੇ ਪਿੱਛੇ 6 ਟਾਇਰ ਲਾ ਕੇ ਇੱਕ ਹੋਰ ਛੋਟਾ ਟ੍ਰੇਲਰ ਪਾਇਆ ਹੁੰਦਾ, ਉਹ ਕੀ ਕਹਿੰਦੇ ਉਹਨੂੰ? ਐਕਸਟੈਂਡ ਕੀ ਕਹਿੰਦੇ ਉਹਨਾਂ ਨੂੰ ਜੀ? ਸੁਪਰ ਬੀ ਟ੍ਰੇਲਰ। ਓਕੇ, ਉਹਨੂੰ ਐਕਸਟੈਂਡੇਬਲ ਟ੍ਰੇਲਰ ਵੀ ਸੁਪਰ ਵੀ ਸੇਮ ਹੀ ਗੱਲ ਹੈ ਜੇ ਆਪਾਂ ਗੱਲ ਕਰੀਏ? ਨਹੀਂ, ਐਕਸਟੈਂਡੇਬਲ ਟ੍ਰੇਲਰ 53 ਐਕਸਟੈਂਡ ਹੋ ਜਾਂਦਾ। ਅੱਛਾ, 53 ਦੇ ਬਾਅਦ 53 ਹੋਰ ਐਡ ਹੋ ਜਾਂਦਾ? ਨਹੀਂ, ਐਕਸਟੈਂਡੇਬਲ 70 ਫੁੱਟ ਤੱਕ ਚਲਾ ਜਾਂਦਾ, 70-72 ਫੁੱਟ ਤੱਕ। ਓਕੇ, ਠੀਕ ਹੈ। 60 ਫੁੱਟੇ 65 ਫੁੱਟੇ 68 ਫੁੱਟੇ ਅੱਡ ਹੁੰਦੇ ਆ। ਬਟ ਜਿਹੜੀ ਸੁਪਰ ਵੀ ਹੁੰਦੀ ਆ ਉਹ ਬੇਸਿਕਲੀ ਵੱਧ weight ਖਿੱਚਣ ਲਈ ਬਣਾਈ ਗਈ ਹੈ। ਠੀਕ ਹੈ, ਠੀਕ ਹੈ, ਠੀਕ ਹੈ। ਦੈਟਸ ਵੈਰੀ ਜਾਂ ਉਹ 32 to 28 ਹੁੰਦੇ ਆ ਟ੍ਰੇਲਰ। ਠੀਕ ਹੈ। ਤੇ ਰੇ ਜੀ, ਜਿਹੜਾ ਹੁਣ ਤੁਹਾਡੀ ਆਪਣੀ ਕੰਪਨੀ ਹੈਗੀ ਆ, ਤੁਹਾਡਾ ਕੀ ਜ਼ਿਆਦਾ ਕਾਰਗੋ ਹੁੰਦਾ ਆਪਣੇ ਫਲੈਟ ਬੈਡ ਤੇ? ਵਾਟ ਆਰ ਦ ਮੇਜਰ ਜਿਹੜੇ ਆਪਾਂ 2-3 4 ਚੀਜ਼ਾਂ ਕਹਿ ਦਈਆਂ, ਵਾਟਸ ਦ ਮੇਜਰ ਕਾਰਗੋ ਜਿਹੜੇ ਤੁਸੀਂ ਹਾਲ ਕਰਦੇ ਹੋ? ਅਸੀਂ ਸਟੀਲ ਜ਼ਿਆਦਾ ਹਾਲ ਕਰਦੇ ਹਾਂ ਜੀ, ਕੋਇਲਸ, ਪਲੇਟਸ, ਪਾਈਪਸ। ਓਕੇ, ਕਾਫੀ ਸਿਕਿਉਰਡ ਲੋਡ ਹੁੰਦੇ ਆ ਭਾਜੀ? ਇਹ ਸਿਕਿਉਰਡ ਲੋਡ ਹੁੰਦੇ ਆ ਜਾਂ ਕੁਝ ਈਜ਼ੀ ਲੋਡ ਹੁੰਦੇ ਆ? ਇਹ ਈਜ਼ੀ ਤਾਂ ਨਹੀਂ, ਆਪਾਂ ਟੋਨੀ ਜੀ ਫਲੈਟ ਬੈਡ ਦੇ ਵਿੱਚ ਈਜ਼ੀ ਵਰਡ ਤੁਸੀਂ ਯੂਜ਼ ਫਲੈਟ ਬੈਡ 'ਚ ਈਜ਼ੀ ਵਰਡ ਨਹੀਂ ਯੂਜ਼ ਕਿਉਂਕਿ ਬਹੁਤ ਹੈਵੀ ਲੋਡ ਹੁੰਦੇ। ਦੈਟ ਮੇਕਸ ਸੈਂਸ। ਯੈਸ, ਹਾਂਜੀ, ਦੇ ਆਰ the boys they are fully professional and again I'll say experience ਤਾਂ ਤੁਹਾਨੂੰ ਕੰਮ ਕਰਕੇ ਬਣਨਾ। ਠੀਕ ਹੈ ਰੇ ਜੀ, ਜਿਹੜਾ ਇੱਕ ਹੋਰ ਸਵਾਲ ਹੈਗਾ, ਜੇ ਆਪਾਂ ਹੁਣ ਕੰਪੇਅਰ ਕਰੀਏ ਡਰਾਈ ਵੈਨ ਨਾਲ ਜਾਂ ਆਪਾਂ ਫਲੈਟ ਬੈਡ ਨਾਲ, ਜਦੋਂ ਤੁਸੀਂ ਪਹਾੜਾਂ ਵਿੱਚ ਲੰਘਣਾ ਹੈਗਾ, ਇਹਦੇ ਵਿੱਚ ਕਿੰਨਾ ਕੁ ਫਰਕ ਹੈਗਾ? ਇਜ਼ ਫਲੈਟ ਡੈਕ ਮੋਰ ਸਟੇਬਲ ਔਰ ਇਜ਼ ਡਰਾਈ ਵੈਨ ਮੋਰ ਸਟੇਬਲ? Flat bed is more stable. More stable, okay. Yeah, because your trailer is not that high. That's right. ਆਪਾਂ ਕਾਫੀ ਜਾਣਕਾਰੀ ਤੁਸੀਂ ਅੱਜ ਦਿੱਤੀ, ਆਪਾਂ ਫਿਰ ਮਿਲਦੇ ਰਵਾਂਗੇ, ਗੱਲ ਕਰਦੇ ਰਵਾਂਗੇ। ਇੱਕ ਮਾੜਾ ਜਿਹਾ ਦੱਸੋ ਵੀ ਥੋੜੀ ਇਨਕਰੇਜਮੈਂਟ ਵਾਲਾ ਫਲੈਟ ਬੈਡ ਟ੍ਰੇਲਰ ਚਲਾਉਣ ਵਾਲਾ ਇੱਕ ਡਰਾਈਵਰ ਜਿਹੜਾ ਉਹ ਐਵਰੇਜ ਕਿੰਨੀ ਕੁ ਮਨੀ ਬਣਾ ਲੈਂਦਾ ਮਹੀਨੇ ਦੀ ਜੀ? ਜੇ BC ਅਲਬਰਟਾ ਨੂੰ ਚੱਲਦਾ ਹੋਵੇ, ਆਈ ਨੋ ਇਟਸ ਹਾਰਡ ਕੁਐਸਚਨ, ਜੇ BC ਅਲਬਰਟਾ ਨੂੰ ਚੱਲਦਾ ਹੋਵੇ ਕਿੰਨੀ ਕੁ ਮਨੀ ਐਵਰੇਜ ਉਹ ਬਣ ਜਾਂਦੀ ਹੈ? ਧਰਮੀ ਜੀ, it again it depends on driver. ਕਈ ਲੋਕ ਆ ਜਿਵੇਂ ਹੁਣ ਸਾਡੀ ਜਿਹੜੀ ਲੇਨ ਆ, ਅਸੀਂ BC ਓਨਟਾਰੀਓ ਕਿਬੈਕ ਚੱਲਦੇ, ਤੁਹਾਨੂੰ ਪਤਾ ਹੀ ਹੈ। ਬਿਲਕੁਲ ਠੀਕ ਹੈ, ਸਾਡੇ ਕੋਲੇ ਮੁੰਡੇ ਓਵਰ 10 ਵੀ ਬਣਾਈ ਜਾਂਦੇ ਆ। ਓਕੇ, ਸੋ $10,000 ਡਰਾਈਵਰ ਬਣਾ ਰਿਹਾ, ਨੋਟ ਔਨ ਆਪਰੇਟਰ। 8 9 ਇੱਥੇ ਵੀ ਹੈ। ਹਾਂਜੀ, ਡਰਾਈਵਰ। ਓਕੇ, ਡਾਕਟਰ ਸਾਹਿਬ, ਇਟਸ ਗੁੱਡ ਥਿੰਗ ਹੈ ਨਾ। ਰੇ ਭਾਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਕੋਈ ਚੀਜ਼ ਤੁਸੀਂ ਇਹੋ ਜੀ ਹੋਰ ਇੰਪੋਰਟੈਂਟ ਦੱਸਣੀ ਚਾਹੁੰਦੇ ਜਿਹੜੀ ਮਿਸ ਕਰ ਗਏ ਹੈਗੇ ਆ ਵੀ ਫਲੈਟ ਬੈਡ ਨੂੰ ਅਗਰ ਕਿਸੇ ਨੇ ਐਜ਼ ਅ ਕੈਰੀਅਰ ਚੂਜ਼ ਕਰਨਾ ਹੈ,
ਉਹਨੂੰ ਕੋਈ ਚੀਜ਼ ਪਾਰਟਿਕੂਲਰ ਦਿਮਾਗ 'ਚ ਰੱਖਣੀ ਚਾਹੀਦੀ ਹੈ ਜਾਂ ਸੋਚਣੀ ਚਾਹੀਦੀ ਹੈ ਤਾਂ ਪਲੀਜ਼ ਦੱਸ ਦਿਓ। ਮੈਂ ਤਾਂ ਇਹ ਕਹੂੰਗਾ ਦਿਸ ਇਜ਼ ਵੈਰੀ ਗੁੱਡ ਲਾਈਨ, ਸਭ ਨੂੰ ਆਉਣਾ ਚਾਹੀਦਾ, ਇਹ 'ਚ ਪੈਸੇ ਹੈਗੇ ਆ, ਨੋ ਪ੍ਰੋਬਲਮ, ਬਟ ਅਗੇਨ ਅਸੀਂ ਐਜ਼ ਅ ਪ੍ਰੋਫੈਸ਼ਨਲਸ ਆਇਓ, ਕਿਉਂਕਿ ਇਹ ਨਾ ਹੋਵੇ ਅਸੀਂ ਇੱਕ ਦੂਜੇ ਦੇ, ਜਿਵੇਂ ਅੱਜ ਕੱਲ ਤੁਸੀਂ ਫਰੇਟ ਮਾਰਕੀਟ ਦਾ ਹਾਲ ਦੇਖਿਆ। ਬਿਲਕੁਲ ਬਿਲਕੁਲ। people are willing to pay, they know that equipment move ਕਰ ਰਹੇ ਹੋ ਤੁਸੀਂ ਐਜ਼ ਅ ਪ੍ਰੋਫੈਸ਼ਨਲ ਆਓਗੇ, ਡੈਫੀਨਿਟਲੀ ਇਹ ਮਾਰਕੀਟ ਬਹੁਤ ਬੜੀ ਹੈ ਟੋਨੀ ਜੀ, ਇਟਸ ਨਾਟ ਅ ਸਮਾਲ ਵਰਲਡ ਟੂ ਪਲੇ ਅਰਾਊਂਡ, ਰਾਈਟ? ਇਹ ਤਾਂ ਤੁਸੀਂ ਜਿੰਨਾ ਮਰਜ਼ੀ ਕੰਮ ਕਰ ਲਓ ਥੋੜਾ ਜੀ। ਸੋ ਮੈਂ ਅੱਜ ਇੱਕ ਚੀਜ਼ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਰੇ ਭਾਜੀ ਨਾਲ ਪ੍ਰੋਗਰਾਮ ਤੋਂ ਪਹਿਲਾਂ ਗੱਲ ਹੋਈ ਸੀ। ਰੇ ਭਾਜੀ, ਅਗਰ ਤੁਹਾਨੂੰ ਕੋਈ ਬੰਦਾ ਫੋਨ ਕਰਦਾ ਅੱਜ ਦੀ ਰੇਟ ਦੇ ਵਿੱਚ ਐਜ਼ ਏ ਡਰਾਈਵਰ, ਤੁਸੀਂ ਹੈਲੋ ਟਰੱਕਿੰਗ ਤੋਂ ਸੁਣਨ ਵਾਲੇ ਜਿਹੜੇ ਜਿੰਨੇ ਵੀ ਆਪਣੇ ਭੈਣ ਭਰਾ, ਉਹਨਾਂ ਨੂੰ ਸਾਈਨ ਔਨ ਬੋਨਸ ਕਿੰਨਾ ਰੱਖਿਆ? $2500 ਰੱਖਿਆ ਕਿ ਜ਼ਿਆਦਾ ਰੱਖਿਆ ਜੀ? 2500। ਦੈਟਸ ਗੁੱਡ। ਸੋ ਐਨੀਵੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਰੇ ਭਾਜੀ। ਫਿਰ ਅਸੀਂ ਮਿਲਾਂਗੇ, ਗੱਲ ਕਰਾਂਗੇ ਹੋਰ ਜ਼ਿਆਦਾ ਇਸ ਦੀ ਡਿਟੇਲ ਦੇ ਵਿੱਚ ਫਲੈਟ ਬੈਡ ਦੇ ਵਿੱਚ ਆਉਣ ਵਾਲੇ ਟਾਈਮ 'ਚ। ਉਦੋਂ ਤੱਕ ਨੈਕਸਟ ਟਾਈਮ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਰੇ, ਥੈਂਕ ਯੂ ਸੋ ਮਚ ਜੀ। ਯਾ ਟੋਨੀ ਸਿੰਘ, ਆਈ ਥਿੰਕ ਜਿਹੜੀ ਗਲਤਫਹਿਮੀ ਹੁੰਦੀ ਨਾ ਹਮੇਸ਼ਾ ਕਿ ਲੋਕੀ ਇਹੀ ਸੋਚਦੇ, ਜੇ ਬੇਸ਼ੱਕ ਤੁਸੀਂ ਕੋਈ ਵੀ ਟਰੱਕਿੰਗ ਵਿੱਚ ਹੋ, ਬੇਸ਼ੱਕ ਤੁਸੀਂ ਡੰਪ ਟਰੱਕ ਚਲਾਉਂਦੇ ਹੋ, ਤੁਸੀਂ ਆਪਣਾ ਫਲੈਟ ਬੈਡ ਜਾਂ ਤੁਸੀਂ ਰੀਫਰ ਚਲਾਉਂਦੇ ਹੋ, ਉਹ ਪੈਸੇ ਲਗਭਗ ਸੇਮ ਹੀ, ਬਟ ਇਟਸ ਨਾਟ, ਇਟਸ ਮਚ ਡਿਫਰੈਂਟ। ਸੋ ਜੇ ਕਿਸੇ ਨੇ ਜਾਣਾ ਹੈਗਾ, ਦੇਖੋ ਆਪਣੇ ਆਪਸ਼ਨਸ ਅਗੇਨ, ਸਿਰਫ ਇੱਕ ਪਾਸੇ ਨਾ ਫਸੇ ਰਹੋ। ਦੇਅਰਸ ਮੈਨੀ ਡਿਫਰੈਂਟ ਆਪਸ਼ਨਸ ਟਰੱਕਿੰਗ ਵਿੱਚ, ਜਿੱਥੇ ਤੁਸੀਂ ਪੈਸੇ ਵੱਧ ਬਣਾ ਵੀ ਸਕਦੇ ਹੋ। ਸਰ ਲਾਸਟ ਟਾਈਮ ਅਸੀਂ ਗੱਲ ਕੀਤੀ ਸੀਗੀ ਆਪਣੇ ਆਈਸ ਰੋਡ ਟਰੱਕਰਸ ਦੀ। ਜਦੋਂ ਆਈਸ ਰੋਡ ਟਰੱਕਰਸ ਦੀ ਗੱਲ ਕਰਦੇ ਸੀ, ਉਹਦੇ ਵਿੱਚ ਵੀ ਬੰਦੇ ਬਹੁਤ ਪੈਸੇ ਜ਼ਿਆਦਾ ਬਣਾ ਰਹੇ। ਕਿਉਂਕਿ ਉਹਨਾਂ ਦੀ ਜੌਬ ਵੀ ਉਨੀ ਹਾਰਡ ਹੋ ਜਾਂਦੀ ਹੈ। ਦੈਟਸ ਰਾਈਟ। ਇਹ ਨਹੀਂ ਹੈਗਾ ਵੀ ਅਸੀਂ ਸੋਚੀਏ ਵੀ ਕੰਮ ਅਸੀਂ ਉਹੀ ਕਰਨਾ 8 ਘੰਟੇ ਜਾਂ ਉਹੀ 6 ਘੰਟੇ ਕੰਮ ਕਰਨਾ। ਹਰੇਕ ਬੰਦੇ ਦਾ ਡਿਫਰੈਂਟ, ਉਹਨੂੰ ਇੱਕ ਪ੍ਰੋਫੈਸ਼ਨਲ, ਜਿੱਥੇ ਪ੍ਰੋਫੈਸ਼ਨਲ ਵਰਡ ਯੂਜ਼ ਹੋ ਜਾਂਦਾ। ਆਈਸ ਰੋਡ ਟਰੱਕਰਸ ਦੇ ਮੇਕ $40,000-50,000 ਐਜ਼, ਬਟ ਉਹਨਾਂ ਦਾ ਕੰਮ ਅਗੇਨ couple of months ਵਾਸਤੇ ਹੁੰਦਾ ਐਂਡ ਹਾਈ ਰਿਸਕ, ਵੈਰੀ ਹਾਈ ਰਿਸਕ। ਇਦਾਂ ਫਲੈਟ ਬੈਡ ਦਾ ਕੰਮ ਵੀ ਥੋੜਾ ਜਿਹਾ ਬਾਕੀਆਂ ਨਾਲੋਂ, ਸਾਰੀ ਟਰੱਕਿੰਗ ਇਜ਼ ਹਾਰਡ, ਬਟ ਫਲੈਟ ਬੈਡ ਥੋੜੀ ਜਿਹੀ ਬਾਕੀਆਂ ਨਾਲੋਂ ਥੋੜੀ ਹਾਰਡ ਹੈ, ਜ਼ਿਆਦਾ ਰਿਸਪੌਂਸਿਬਿਲਿਟੀ ਜ਼ਿਆਦਾ। ਬਿਲਕੁਲ। ਟੋਨੀ ਸਿੰਘ ਜੀ, ਆਪਣੇ ਗਾਹਾਂ ਜਾਣ ਤੋਂ ਪਹਿਲਾਂ ਸਪਾਂਸਰਸ ਤੋਂ ਗੱਲ ਕਰਦੇ, ਸਿਰਫ 2 ਖਬਰਾਂ ਹੈਗੀਆਂ ਜਿਹੜੀਆਂ ਅਗੇਨ ਆਪਾਂ ਕੈਨੇਡੀਅਨ ਬੇਸ ਗੱਲ ਕਰਦੇ ਹੈਗੇ ਆ। ਸੋ ਜਿਹੜੀ ਲਾਇਨ ਇਲੈਕਟ੍ਰਿਕ ਟਰੱਕਸ ਕੰਪਨੀ ਹੈਗੀ, ਕੁਬੈਕ ਦੀ ਮੈਨੂਫੈਕਚਰਿੰਗ ਕੰਪਨੀ, ਜੋ ਕਿ ਸਾਡੇ ਐਕਚੁਅਲੀ ਕਾਫੀ ਸਾਡੇ ਨਾਲ ਸੰਬੰਧ ਉਹਨਾਂ ਰੱਖੀਦਾ, ਉਹਨਾਂ ਨੇ ਹੁਣ ਇਸ ਸਾਲ ਤੋਂ Q2 ਵਿੱਚ 105 ਵਹੀਕਲ ਡਿਲੀਵਰ ਕਰ ਚੁੱਕੇ। ਇਹਦਾ ਮਤਲਬ ਜਿਹੜਾ ਉਹਨਾਂ ਦੀ ਕੰਪਨੀ ਹੈਗੀ ਕਾਫੀ ਵੱਧ ਰਹੀ ਹੈਗੀ ਹੈ। ਅਗੇਨ ਇਹ ਸਿਰਫ ਕੈਨੇਡੀਅਨ ਵਿੱਚ ਨਹੀਂ, ਅਮਰੀਕਾ ਵਿੱਚ ਵੀ ਕਾਫੀ ਆਪਣੀ ਇਹਨੇ ਸੇਲਸ ਕਰਦੇ। ਪਰ ਆਪਾਂ ਇਹਦੀ ਕੰਪੈਰੀਜ਼ਨ ਕਰੀਏ ਹੁਣ ਟੈਸਲਾ ਦੀ। ਡਾਕਟਰ ਸਾਹਿਬ Q2 ਜਿਹੜਾ ਤੁਸੀਂ ਕਿਹਾ ਇਹ ਸੈਕੰਡ ਕੁਆਰਟਰ, ਕਿਉਂਕਿ Q2 ਕਿਸੇ ਵੇਲੇ ਇਦਾਂ ਨਾ ਬੰਦੇ ਸੋਚ ਲੈਣ ਵੀ Q2 ਜਿਹੜਾ ਆ ਗਿਆ ਹੈ ਪਤਾ ਨਹੀਂ ਕੋਈ ਨਵਾਂ ਵਰਡ ਇਲੈਕਟ੍ਰਿਕ ਵਰਡ ਜਾਂ ਸੈਕੰਡ ਕੁਆਰਟਰ ਦੇ ਵਿੱਚ। ਸੋ ਆਪਾਂ ਇਹ ਕੰਪੈਰੀਜ਼ਨ ਕਰੀਏ ਜਿਹੜੇ ਨੂੰ ਟੈਸਲਾ ਨੇ ਕਿਹਾ ਸੀਗਾ, ਆਪਾਂ 2 ਸਾਲ ਪਹਿਲਾਂ ਗੱਲ ਕੀਤੀ ਯਾਰ ਟੈਸਲਾ ਦਾ ਸੈਮੀ ਟਰੱਕ ਆ ਰਿਹਾ, ਪਰ ਉਹਨਾਂ ਨੇ ਹਾਲੇ ਤੱਕ ਵੀ ਨਹੀਂ ਕੁਝ ਕੀਤਾ। ਸੋ ਗਿਣਤੀ ਦੇ ਉਹਨਾਂ ਨੇ ਡਿਲੀਵਰ ਕਰ ਚੁੱਕੇ, ਪਰ ਸਟਿਲ ਟੈਸਟਿੰਗ ਹਾਲੇ ਤੱਕ ਕੱਖ ਨਹੀਂ ਕੀਤਾ। ਡਾਕਟਰ ਪਹਿਲਾਂ ਆਪਾਂ ਸੋਚਦੇ ਜਦੋਂ ਟੈਸਲਾ ਨੇ ਇੰਟਰੋਡਿਊਸ ਕੀਤਾ ਸੀ, ਉਦੋਂ ਲੱਗਦਾ ਸੀਗਾ ਵੀ ਹੁਣ ਆਉਣ ਵਾਲੇ 6 ਮਹੀਨੇ ਸਾਲ ਦੇ ਵਿੱਚ ਪਤਾ ਨਹੀਂ ਟੈਸਲਾ ਦੇ ਟਰੱਕ ਰੋਡ ਤੇ ਹੋਣਗੇ, ਪਰ ਨਥਿੰਗ। ਸਿਰਫ ਉਹਨਾਂ ਨੇ ਇੱਕ ਫਰੇਮਵਰਕ ਕਰਕੇ, ਇੱਕ ਵੀਡੀਓ ਹਾਈਲਾਈਟ ਕਰਕੇ ਸਾਰਾ ਕੁਝ ਦੱਸਤਾ, ਪਰ ਉਹਦਾ ਇੱਕ ਫਾਇਦਾ ਬਹੁਤ ਹੋਇਆ। ਬਾਕੀ ਜਿੰਨੀਆਂ ਮੈਨੂਫੈਕਚਰਰਸ ਸੀ ਨਾ, ਜਿੰਨੇ ਹੋਰ ਮੈਨੂਫੈਕਚਰਰਸ ਸੀ, ਚਾਹੇ ਉਹ ਫਰੇਟ ਲਾਈਨਰ ਸੀ, ਕੈਨਵਰਸ ਸੀ, ਪੀਟਰਬਿਲਟ ਸੀ, ਉਹਨਾਂ ਨੂੰ ਸਾਰਿਆਂ ਨੂੰ ਧੱਕਾ ਆ ਗਿਆ, ਕਿੰਨੀ ਪੁਸ਼ ਮਿਲ ਗਈ ਉਹਨਾਂ ਨੂੰ। ਉਹ ਪਿੱਛੇ ਰਹਿ ਗਏ ਹਾਲੇ, ਜਾਂ ਉਹਨਾਂ ਦਾ ਕੋਈ ਹੋਰ ਪਲਾਨ ਹੋਊਗਾ, ਪਰ ਬਾਕੀਆਂ ਨੇ ਆਪਣੇ ਕੰਮ ਕਾਫੀ ਜ਼ਿਆਦਾ ਕਰਨਾ ਸ਼ੁਰੂ ਕਰ ਦਿੱਤਾ। ਤੇ ਨਾਲ ਦੀ ਨਾਲ ਜਿਹੜੀ ਕਮਨਸ ਕੰਪਨੀ ਹੈ, ਉਹਨਾਂ ਨੇ ਮੈਰੀਟੋਰ ਕੋ ਬਹੁਤ ਵੱਡੀ ਕੰਪਨੀ ਹੈਗੀ ਹੈ, ਉਹਨਾਂ ਨੂੰ ਐਕਵਾਇਰ ਕਰ ਲਿਆ। ਹੁਣ ਜਿਹੜੀ ਮੈਰੀਟੋਰ ਕੰਪਨੀ ਹੈਗੀ ਹੈ ਉਹ ਕਮਨਸ ਦੇ ਥੱਲੇ ਆ ਗਈ ਹੈ, ਪਰ ਫਿਰ ਵੀ ਕਹਿੰਦੇ ਨੇ ਕਮਨਸ ਕਿ ਜਿਹੜੀ 2 ਕੰਪਨੀ ਵੱਖਰੀ ਚੱਲਣਗੀਆਂ, ਵੀ ਆਰ ਸਟਿਲ ਗੋਇੰ ਟੂ ਬੀ ਵੈਰੀ ਇੰਡੀਪੈਂਡੈਂਟ, ਪਰ ਮੈਰੀਟੋਰ ਇਜ਼ ਨਾਓ ਐਕਵਾਇਰਡ ਬਾਈ Cummins, which is ਹੋਰ ਵਧੀਆ ਗੱਲ ਹੈ ਡਾਕਟਰ ਸਾਹਿਬ, ਜਿਹੜੀ ਲਾਸਟ ਟਾਈਮ ਆਪਾਂ ਵੀ ਸ਼ੇਅਰ ਕੀਤੀ ਸੀ ਵੀ ਜਿਹੜੀ ਵੈਂਕੂਵਰ ਪੋਰਟਸ ਦੀ ਜਿਹੜੀ ਸਟ੍ਰਾਈਕ ਦੀ ਗੱਲ ਕਰਦੇ ਸੀ, ਉਹ ਪੋਸਟਪੋਨ ਹੋ ਗਈ ਹੈ। ਉਹ ਕਹਿੰਦੇ ਵੀ ਗੱਲਬਾਤ ਚੱਲ ਰਹੀ ਹੈ, ਜਦੋਂ ਕੋਈ ਨਤੀਜਾ ਆਊਗਾ ਆਪਾਂ ਆਪਣੇ ਦਰਸ਼ਕਾਂ ਨਾਲ ਸ਼ੇਅਰ ਵੀ ਕਰਾਂਗੇ। ਪਰ ਉਹ ਬੜੀ ਵਧੀਆ ਗੱਲ ਹੈ ਜਿਹੜੀ ਹਾਲੇ ਉਹ ਚੀਜ਼ ਨੂੰ, ਸਟ੍ਰਾਈਕ ਨੂੰ ਬੰਦ ਕਰਤਾ ਗਿਆ ਜਾਂ ਹੋਲਡ ਲੰਬੇ ਸਮੇਂ ਤੱਕ ਥੋੜਾ ਅੱਗੇ ਪਾ ਦਿੱਤਾ ਗਿਆ, ਕਿਉਂਕਿ ਗੱਲਬਾਤ ਚੱਲ ਰਹੀ ਹੈ। ਦੈਟਸ ਰਾਈਟ। ਸੋ ਟੋਨੀ ਸਿੰਘ ਜੀ, ਆਟੋ ਰਿਵਿਊ ਜਾਣ ਤੋਂ ਪਹਿਲਾਂ ਆਪਾਂ ਜਿਹੜੇ ਅੱਜ ਦੇ ਸਪਾਂਸਰ ਬਾਰੇ ਥੋੜੀ ਬਹੁਤੀ ਜਾਣਕਾਰੀ ਦੇ ਦਿਓ। ਲੈਟਸ ਮੂਵ ਔਨ। ਨੋ ਪ੍ਰੋਬਲਮ ਡਾਕਟਰ ਸਾਹਿਬ। ਸਾਡਾ ਅੱਜ ਦਾ ਇਹ ਪ੍ਰੋਗਰਾਮ ਤੁਹਾਡੇ ਤੱਕ ਓਸ਼ਨ ਟ੍ਰੇਲਰ, ਜਿਹੜੇ ਕਿ ਟਰੱਕਿੰਗ ਇੰਡਸਟਰੀ ਦੇ ਵਿੱਚ, ਟ੍ਰੇਲਰ ਇੰਡਸਟਰੀ ਦੇ ਵਿੱਚ ਬਹੁਤ ਪੁਰਾਣੇ ਟਾਈਮ ਤੋਂ ਕੰਮ ਕਰ ਰਹੇ ਆ, ਔਰ ਉਹਨਾਂ ਨੂੰ ਐਜ਼ ਅ ਟ੍ਰੇਲਰ ਕਿੰਗ ਵੀ ਜਾਣਿਆ ਜਾਂਦਾ। ਉਹਨਾਂ ਦੀਆਂ ਜਿੰਨੀਆਂ ਲੋਕੇਸ਼ਨਾਂ ਵੈਸਟਰਨ ਕੈਨੇਡਾ 'ਚ ਹੈਗੀਆਂ, ਉਨੀਆਂ ਆਈ ਥਿੰਕ ਕਿਸੇ ਹੋਰ ਟ੍ਰੇਲਰ ਡੀਲਰਸ਼ਿਪ ਦੀਆਂ ਨਹੀਂ ਹੈਗੀਆਂ। ਔਰ ਹੱਸ ਕੇ ਮਿਲਦੇ ਆ ਤੁਹਾਨੂੰ, ਵਧੀਆ ਤਰੀਕੇ ਨਾਲ ਤੁਹਾਨੂੰ ਪਾਰਟਸ, ਸਰਵਿਸ, ਰੈਂਟਲ ਕੁਝ ਵੀ ਚਾਹੀਦਾ ਉਹ ਪ੍ਰੋਵਾਈਡ ਕਰਦੇ ਆ। ਅਗਰ ਤੁਸੀਂ ਆਪਣਾ ਕੈਰੀਅਰ ਸ਼ੁਰੂ ਕਰਨਾ ਚਾਹੁੰਦੇ ਐਜ਼ ਅ ਜਰਨੀਮੈਨ, ਐਜ਼ ਅ ਮਕੈਨਿਕ, ਐਜ਼ ਐਨੀ ਅਦਰ ਥਿੰਗਸ,
ਤੁਸੀਂ ਉਹਨਾਂ ਦੀ ਵੈਬਸਾਈਟ ਓਸ਼ੀਅਨ ਟੇਲਰ ਤੇ ਜਾ ਸਕਦੇ, ਜਾਂ ਓਸ਼ੀਅਨ ਟੇਲਰ ਨੂੰ ਜਾ ਕੇ ਫੋਨ ਕਰਕੇ ਸਿੱਧੀ ਗੱਲਬਾਤ ਕਰ ਸਕਦੇ। ਬਿਲਕੁਲ ਬਿਲਕੁਲ। ਟੋਨੀ ਸਿੰਘ ਦੀ ਨਾਲ ਦੇ ਨਾਲ ਇਹ ਵੀ ਕਹਿ ਦਈਏ ਕਿ ਜੇ ਤੁਹਾਨੂੰ ਵੀ ਕੋਈ ਵੀ ਫਿਊਲ ਦੀ ਤੁਹਾਨੂੰ ਕੋਈ ਕਮੀ ਹੈਗੀ ਹੈ, ਲੋੜ ਹੈਗੀ ਹੈ, ਜਾਣਕਾਰੀ ਕਰਨਾ ਚਾਹੁੰਦੇ ਹੈਗੇ ਹੋ, ਪਲੀਜ਼ ਸੰਪਰਕ ਕਰੋ ਟਰੱਕਰਸ ਟੂਗੇਦਰ ਫਿਊਲ ਕਾਰਡ। ਬੇਸ਼ੱਕ ਤੁਸੀਂ 16 ਸੈਂਟ ਤੋਂ ਲੈ ਕੇ 20 ਸੈਂਟ ਪਰ ਲੀਟਰ ਤੁਸੀਂ ਬਚਾ ਸਕਦੇ ਹੈਗੇ ਹੋ। ਖਾਸ ਕਰਕੇ ਬੇਸ਼ੱਕ ਥੋੜੀ ਡੀਜ਼ਲ ਦੀ ਪ੍ਰਾਈਸਿਸ ਘਟ ਗਈਆਂ, ਪਰ ਫਿਰ ਵੀ 15 ਤੋਂ ਲੈ ਕੇ 20 ਸੈਂਟ ਪਰ ਲੀਟਰ ਇਜ਼ ਅ ਲੋਟ। ਸੋ ਟਰੱਕਰਸ ਟੂਗੇਦਰ ਫਿਊਲ ਸਰਵਿਸਿਜ਼, ਉਹਨਾਂ ਨੂੰ ਤੁਸੀਂ ਸੰਪਰਕ ਕਰੋ। ਉਸ ਤੋਂ ਅੱਗੇ ਹੁਣ ਜਾਣੇ ਹੈਗੇ ਆਪਾਂ ਰਿਵਿਊ। ਮੈਂ ਤੁਹਾਨੂੰ ਕਹਿ ਦਿੰਦਾ ਪਹਿਲਾਂ ਹੀ ਕਿ ਜਿਹੜੇ ਇਹ ਅੱਜ ਦਾ ਰਿਵਿਊ ਹੈਗੇ ਇਹ ਅਸੀਂ ਪਹਿਲਾਂ ਕਰ ਚੁੱਕੇ ਸੀ, ਪਰ ਉਸ ਟਾਈਮ ਦੀ ਵੀਡੀਓ ਕੁਆਲਿਟੀ ਬਹੁਤ ਸਾਡੀ ਪੂਰ ਸੀਗੀ, ਦੁਬਾਰਾ ਫੇਰ ਕਰ ਰਹੇ ਹੈਗੇ ਆ। ਆਪਾਂ ਗੱਲਬਾਤ ਕਰੀਏ ਇੱਕ ਉਹੋ ਜਿਹੀ ਕੰਪਨੀ ਜੋ ਕਿ ਹਮੇਸ਼ਾ ਸੇਫਟੀ ਨਾਲ ਬੰਦੀ ਹੁੰਦੀ ਹੈਗੀ ਆ। ਆਪਾਂ ਗੱਲ ਕਰੀਏ ਵੋਲਵੋ। ਸੋ ਵੋਲਵੋ ਦੀ ਜਿਹੜੀ ਕਾਰ ਬਾਰੇ ਆਪਾਂ ਗੱਲ ਕਰਦੇ ਹਾਂ, ਇਟਸ ਕਾਲਡ ਦ ਨਿਊ ਜਿਹੜੀ ਆਪਣੀ XC60 ਦੀ ਗੱਲ ਕਰਦੇ ਹਾਂ। ਸੋ ਦਿਸ ਇਜ਼ ਦ ਕਾਰ ਜਿਹੜੀ ਇਹਨਾਂ ਨੇ ਕਾਫੀ ਚਿਰ ਪਹਿਲਾਂ ਰੀਡਿਜ਼ਾਈਨ ਕੀਤੀ ਸੀ। ਜਦੋਂ XC90 ਰੀਡਿਜ਼ਾਈਨ ਹੋਈ ਸੀ ਉਦੋਂ ਇਹਨਾਂ ਦੇ ਨਾਲ ਇਹ ਵੀ ਕਰ ਚੁੱਕੀ ਸੀ। ਸੋ ਜਿਹੜੀ XC60 ਹੈਗੀ ਇਹਨਾਂ ਦੀ ਕਹਿ ਦਿਓ ਤੁਸੀਂ ਸਬ ਕੰਪੈਕਟ SUV ਹੈ। ਇਟਸ ਅ ਫੈਂਟੈਸਟਿਕ ਲੁਕਿੰਗ ਵਹੀਕਲ, ਦੇਖਣ ਨੂੰ ਵੀ ਨਹੀਂ ਸੋਹਣੀ ਹੈਗੀ, ਅੰਦਰੋਂ ਤੇ ਬਾਹਰੋਂ ਇਟਸ ਫੈਂਟੈਸਟਿਕ ਲੁਕਿੰਗ, ਕਿਉਂਕਿ ਇਹਨਾਂ ਦਾ ਡਿਜ਼ਾਈਨ ਹੈਗਾ ਟਾਈਮਲੈਸ ਡਿਜ਼ਾਈਨ ਕਹਿ ਦਿੰਦੇ ਆ। ਇਨ ਅਦਰ ਵਰਡਸ ਬੇਸ਼ੱਕ ਤੁਸੀਂ 10 ਸਾਲ ਬਾਅਦ ਵੀ ਗੱਡੀ ਚਲਾਓਗੇ, ਇਟ ਸਟਿਲ ਇਜ਼ ਗੋਇੰ ਟੂ ਲੁੱਕ ਐਗਜ਼ੈਕਟਲੀ ਦ ਸੇਮ। ਸੋ ਇਹ ਵੀ ਕਹਿ ਚੁੱਕੀ ਹੈ ਜਿਹੜੇ ਹੁਣ ਇਹ XC60 ਆਪਾਂ ਹੁਣ ਚਲਾ ਰਹੇ ਹੈਗੇ ਆ, ਇਹਨਾਂ ਦੀ ਹੁਣ ਵਰਜ਼ਨ ਇਹ ਵੀ ਆ ਚੁੱਕੀ ਹੈ। ਇਟਸ ਆਲਸੋ ਕਾਲਡ ਅ ਰੀਚਾਰਜ ਵਰਜ਼ਨ, ਜਿਹਦੇ ਵਿੱਚ ਤੁਹਾਨੂੰ ਪਲੱਗ ਇਨ ਹਾਈਬ੍ਰਿਡ ਵੀ ਮਿਲ ਸਕਦੀ ਹੈ ਹੁਣ। ਸੋ ਉਹਦੇ ਨਾਲ ਤੁਹਾਨੂੰ 50 ਕਿਲੋਮੀਟਰ ਵੱਧ ਸਕਦੇ ਆ। ਦਿਸ ਇਜ਼ ਨਾਟ ਦੀ ਪਲੱਗ ਇਨ ਹਾਈਬ੍ਰਿਡ। ਸਰ ਕਿੰਨੀਆਂ ਸੇਫ ਗੱਡੀਆਂ ਜੀ? ਮੈਂ ਸੁਣਨ ਚਾਹਿਆ ਵੋਲਵੋ ਦੀ ਗੱਡੀਆਂ ਨੂੰ ਬਹੁਤ ਸੇਫ ਗੱਡੀਆਂ ਮੰਨਿਆ ਜਾਂਦਾ ਜੀ, ਬਹੁਤ ਹੈਵੀ ਡਿਊਟੀ ਗੱਡੀਆਂ ਜੀ ਇਹ। ਹੈਵੀ ਡਿਊਟੀ, ਪਰ ਇਹਨਾਂ ਜਿਹੜੇ ਡਿਜ਼ਾਈਨ ਐਲੀਮੈਂਟ ਤੇ ਇਹਨਾਂ ਜਿਹੜੀ ਟੈਸਟਿੰਗ ਕਰਦੇ ਸੀ ਨਾ ਪਹਿਲਾਂ, ਬੇਸ਼ੱਕ ਤੁਸੀਂ 20-30 ਸਾਲ ਪਹਿਲਾਂ ਦੀ ਗੱਲ ਕਰੋ, ਵੋਲਵੋ ਨੇ ਆਪਣਾ ਨਾਂ ਹੀ ਬਣਾਇਆ ਸੀਗਾ ਸੇਫਟੀ। ਜੇ ਤੁਸੀਂ ਕੋਈ ਵੀ ਸੇਫ ਜਗ੍ਹਾ ਤੇ ਤੁਸੀਂ ਸੱਚ ਆਪਣੇ ਪਰਿਵਾਰ ਨੂੰ ਸੇਫ ਜਗ੍ਹਾ ਤੇ ਲੈ ਕੇ ਜਾਣਾ, ਯੂ ਟੇਕ ਅ ਵੋਲਵੋ ਬਿਕਾਜ਼ ਉਸ ਤਰ੍ਹਾਂ ਮੰਨੇ ਸੀ। ਪਰ ਅੱਜ ਕੀ ਜਿਹੜੀ ਸਾਰੀਆਂ ਗੱਡੀਆਂ ਹੈਗੀਆਂ ਦੇਰ ਆਲ ਸਰਟੀਫਾਈਡ, ਆਲ ਸਟੈਂਡਰਡਾਈਜ਼ਡ। ਪਰ ਅਗੇਨ ਜਦੋਂ ਵੀ ਆਪਾਂ ਇਸ ਗੱਲ ਸੋਚਦੇ ਹਾਂ ਵੋਲਵੋ ਬਾਰੇ, ਵੀ ਆਲਵੇਜ਼ ਥਿੰਕ ਸੇਫਟੀ। ਸੋ ਇਹਨਾਂ ਦੀ ਅੰਦਰੋਂ ਜਿਹੜਾ ਡਿਜ਼ਾਈਨ ਹੈਗਾ ਨੇ ਰੱਖਿਆ ਵੈਰੀ ਐਲੀਮੈਂਟਲ ਡਿਜ਼ਾਈਨ ਕਹਿੰਦੇ ਹੈਗੇ ਆ। ਸੋ ਜਿਹੜੇ ਰੰਗ ਵੀ ਹੈਗੇ ਆ, ਇਹਨਾਂ ਦੇ ਸੀਟਾਂ ਦੇ ਮਟੀਰੀਅਲਸ ਵੀ ਯੂਜ਼ ਕਰਦੇ, ਉਹ ਕਹਿੰਦੇ ਇਟਸ ਵੈਰੀ ਨੈਚੁਰਲ ਲੁਕਿੰਗ। ਇਹ ਨਹੀਂ ਕਿ ਕੰਨ ਦੇ ਥੋੜੇ ਲਾਲ ਹੈਗੇ ਆ, ਪੀਲੇ ਹੈਗੇ ਆ, ਇਟਸ ਵੈਰੀ ਨੈਚੁਰਲ ਲੁਕਿੰਗ ਟੋਨ। ਸਾਨੂੰ ਕਾਫੀ ਪਸੰਦ ਹੈ। ਪ੍ਰੋਫੈਸ਼ਨਲ ਯਾ ਇਟ ਲੁਕਸ ਵੈਰੀ ਐਲੀਗੈਂਟ। ਯੈਸ ਡਾਕਟਰ ਸਾਹਿਬ ਇਹੋ ਹੀ ਵੋਲਵੋ ਜਿਹੜੇ ਟਰੱਕ ਬਣਾਉਂਦੇ ਆ ਕਿ ਡਿਫਰੈਂਟ ਕੰਪਨੀ ਹੈ ਜੀ? ਸੋ ਸੇਮ ਕੰਪਨੀ ਜਿਹੜੀ ਵੋਲਵੋ ਕਾਰਸ ਦੀ ਵੱਖਰੀ ਬ੍ਰਾਂਚ ਹੈਗੀ ਹੈ, ਵੋਲਵੋ ਟਰੱਕਸ ਦੀ ਵੱਖਰੀ ਬ੍ਰਾਂਚ ਹੈ, ਪਰ ਜਿਹੜੀ ਇਹਨਾਂ ਦੀ ਹੈੱਡਕੁਆਰਟਰਸ ਹੈਗੇ ਫਿਰ ਵੀ ਸਵੀਡਨ ਦੇ ਹੈ। ਸੋ ਇਟਸ ਸਟਿਲ ਦ ਸੇਮ ਕੰਪਨੀ। ਯੈਸ ਇਟ ਇਜ਼। ਸੋ ਜੇ ਆਪਾਂ ਗੱਲ ਕਰੀਏ ਅੱਗੇ ਬਹਿਣ ਦੀ, ਪਿੱਛੇ ਬਹਿਣ ਦੀ, ਸੈਕੰਡ ਰੋ ਸੀਟਸ ਆਰ ਐਕਚੁਅਲੀ ਕੁਆਇਟ ਕੰਫਰਟੇਬਲ। ਕਾਫੀ ਤੁਹਾਨੂੰ ਜਗ੍ਹਾ ਹੈਗੀ, ਸੀਟਾਂ ਕੰਫਰਟੇਬਲ ਕਾਫੀ ਹੈਗੀਆਂ। ਥੋੜੀ ਬਹੁਤੀ ਤੁਸੀਂ ਇਹਨੂੰ ਮੂਵ ਕਰ ਸਕਦੇ ਹੋ, ਪਰ ਫਿਰ ਵੀ ਕਹਿੰਦੇ ਬਹੁਤੀ ਨਹੀਂ ਤੁਸੀਂ ਕਰ ਸਕਦੇ ਹੈਗੇ। ਹੁਣ ਤੁਸੀਂ ਦੇਖਿਆ ਸੈਕੰਡ ਰੋ ਤੇ ਸਾਡੀ ਇੱਕ ਕਾਰ ਸੀਟ ਰੱਖੀ ਹੈਗੀ ਆ ਉੱਥੇ, ਲੋਟਸ ਆਫ ਰੂਮ। ਜਿਹੜੀ ਮੇਰੀ ਛੋਟੀ ਬੇਟੀ ਹੈ ਉਹਦੀ ਲੱਤਾਂ ਪਿੱਛੇ ਨਹੀਂ ਲੱਗਦੀ ਹੈਗੀ, ਸ਼ੀ ਇਜ਼ ਕੁਆਇਟ ਕੰਫਰਟੇਬਲ। ਤੁਸੀਂ 5 ਬੰਦੇ ਇਸ ਗੱਡੀ ਵਿੱਚ ਕਾਫੀ ਕੰਫਰਟ ਨਾਲ ਬਿਠਾ ਸਕਦੇ ਹੋ, which is different than the other ones, right? So it's good. So ਜੇ ਆਪਾਂ ਦੇਖੀਏ ਜਗ੍ਹਾ ਖੁੱਲੀ ਹੈਗੀ ਹੈ, ਰੰਗ ਖੁੱਲੇ ਹੈਗੇ ਆ, ਰੰਗ ਕਾਫੀ ਸੌਫਟ ਨੇ ਤੁਹਾਡੇ। ਇਟ ਜਸਟ ਲੁਕਸ ਨਾਈਸ। ਜੇ ਤੁਸੀਂ ਕਾਰਗੋ ਵੀ ਰੱਖਣਾ ਹੈਗਾ ਪਿੱਛੇ ਆਪਣੀ, ਜੋ ਵੀ ਆਪਾਂ ਟਰੰਕ ਵਿੱਚ ਰੱਖੀਦਾ ਹਾਂ ਸਮਾਨ, ਵੀ ਆਲਵੇਜ਼ ਲੁੱਕ ਐਟ ਕਾਰਗੋ ਸਪੇਸ। ਸੋ ਜੇ ਤੁਸੀਂ ਕੈਂਪਿੰਗ ਵਾਸਤੇ ਜਾਣਾ, ਤੁਸੀਂ ਬਾਹਰ ਤੁਸੀਂ ਕਿਤੇ ਟਰੈਵਲਿੰਗ ਵਾਸਤੇ ਜਾਣਾ, ਵੀਕਐਂਡ ਵਾਸਤੇ, ਤੁਸੀਂ 2-3 ਵੱਡੇ ਸੂਟਕੇਸ ਪਿੱਛੇ ਰੱਖ ਸਕਦੇ ਹੈਗੇ, ਕਾਫੀ ਸਮਾਨ ਤੁਹਾਡੇ ਪਿੱਛੇ ਆ ਜਾਂਦਾ। ਇਟਸ ਕੁਆਇਟ ਨਾਈਸ। ਸੋ ਇੰਜਨ ਦੀ ਗੱਲ ਕਰੀਏ, ਵੋਲਵੋ ਕਹਿੰਦੇ ਅਸੀਂ 6 ਸਿਲੰਡਰ ਨੂੰ ਕੋਲੇ ਨਹੀਂ ਜਾਣਾ, ਵੀ ਸਟਿਲ ਸਟਿਕਿੰਗ ਵਿਦ 4 ਲੀਟਰ, four cylinder 2 liter 4 cylinder। ਇਹਨਾਂ ਦਾ ਹੈਗਾ ਡੂਅਲ ਟਰਬੋ ਐਂਡ ਸੁਪਰਚਾਰਜ ਇੰਜਨ ਹੈਗਾ। ਇਟ ਡਸ ਵੈਰੀ ਵੈਲ। ਉਹ ਕਹਿੰਦੇ ਸਾਨੂੰ ਹੋਰ ਪਾਵਰ ਦੀ ਲੋੜ ਹੈ ਨਹੀਂ। ਸੋ ਸ਼ਿਫਟਰ ਕੁਆਇਟ ਨਾਈਸ। ਇਹਨਾਂ ਦੇ ਵੀ ਹੁਣ ਜਿਹੜਾ ਆਟੋਮੈਟਿਕ ਸ਼ਿਫਟਿੰਗ ਹੈਗੀ ਹੈ, ਤੁਹਾਨੂੰ ਕਾਫੀ ਗੇਅਰ ਗੁਰ ਹਲਾਉਣ ਦੀ ਲੋੜ ਨਹੀਂ ਪੈਂਦੀ। ਪਰ ਜਿਹੜਾ ਇਹਨਾਂ ਦਾ ਹੈਗਾ ਗਲਾਸ ਦੇ ਤਰ੍ਹਾਂ ਦਾ ਸ਼ਿਫਟਰ ਬੜੇ ਸੋਹਣਾ ਲੱਗਦਾ ਹੈਗਾ। ਡਾਕਟਰ ਸਾਹਿਬ ਉਹ ਅੱਗੇ ਮੋਰੇ ਕੀ ਰੱਖਿਆ ਹੈ ਜੀ? ਸੋ ਉਹਨਾਂ ਦਾ ਇੱਕ ਸੈਂਟਰ ਸਟੇਜ ਚੈਨਲ ਹੈਗਾ ਉਹਨਾਂ ਦਾ। ਇਟਸ ਅ ਸਪੀਕਰ ਸਿਸਟਮ ਬਿਲਕੁਲ। ਸੋ ਰਾਈਡ ਇਹਦੀ ਕਾਫੀ ਵਧੀਆ ਹੈਗੀ ਹੈ। ਸਿਰਫ ਤੁਸੀਂ ਇਹ ਆਲ ਵੀਲ ਡਰਾਈਵ 'ਚ ਲੈ ਸਕਦੇ ਹੋ। ਦੇयर ਇਜ਼ ਨੋ ਫਰੰਟ ਵੀਲ ਰੀਅਰ ਵੀਲ ਡਰਾਈਵ, ਇਟਸ ਓਨਲੀ ਆਲ ਵੀਲ ਡਰਾਈਵ। ਹੁਣ ਇਹਨਾਂ ਦੇ ਕਾਫੀ ਜਿਹੜੇ ਸਟੈਂਡਰਡ ਫੀਚਰਸ ਦੀ ਗੱਲ ਕਰਦੇ ਹੈਗੇ, ਲੋਟਸ ਆਫ ਸਟੈਂਡਰਡ ਫੀਚਰਸ, ਜਿਹੜੇ ਤੁਹਾਡੀ ਹੀਟਡ ਸੀਟਸ, power seats, air conditioning, windows, door locks, 360 camera. It's quite nice. ਜਿੱਥੇ ਤੁਸੀਂ ਪੈਸੇ ਵੱਧ ਦੇਣੇ ਹੈਗੇ ਆ, ਇਹ ਕਹਿੰਦੇ ਅਸੀਂ ਤੁਹਾਨੂੰ ਆਪਸ਼ਨਸ ਘੱਟ ਦੇਵਾਂਗੇ, ਪਰ ਤੁਹਾਨੂੰ ਪੈਕੇਜ ਤੁਹਾਨੂੰ ਨਾਲ ਦੀ ਨਾਲ ਮਿਲ ਹੀ ਜਾਣੇ ਹੈਗੇ ਆ, which is quite nice. ਜੋ ਤੁਹਾਨੂੰ ਚਾਹੀਦਾ ਤੁਸੀਂ ਐਡ ਆਨ ਕਰ ਸਕਦੇ। ਬਿਲਕੁਲ। ਸੋ ਇਹਨਾਂ ਦੇ ਪੈਕੇਜਸ ਘੱਟ ਹੈਗੇ ਨੇ, ਬਟ ਅਗੇਨ ਜੇ ਤੁਸੀਂ ਗੱਡੀ ਲੈਣੀ ਹੈਗੀ ਹੈ, ਇਟਸ ਨਾਟ ਗੋਇੰ ਟੂ ਬੀ ਚੀਪ ਟੂ ਬਾਈ। ਉਹ ਗੱਲ ਕਹਾਂ ਜਾਏ ਕਰਾਂਗੇ। ਸੋ ਸਾਨੂੰ ਕੀ ਪਸੰਦ ਆ ਵੋਲਵੋ ਦਾ ਡਿਜ਼ਾਈਨ। ਜਦੋਂ ਇਹਨਾਂ ਨੇ ਨਵੀਂ XC90 ਕੱਢੀ ਸੀ ਅਬਾਊਟ 4-5 ਸਾਲ ਪਹਿਲਾਂ, ਬੜੀ ਵਧੀਆ, ਕਾਫੀ ਇਹਨਾਂ ਨੇ ਨਾਮ ਜਿੱਤੇ ਨੇ। ਸੋ ਬੇਸ਼ੱਕ ਤੁਸੀਂ ਅੰਦਰੋਂ ਦੇਖੋ ਜਾਂ ਬਾਹਰੋਂ ਦੇਖੋ, ਇਹਨਾਂ ਦੀ ਡਿਜ਼ਾਈਨ ਐਲੀਮੈਂਟਸ, ਮਟੀਰੀਅਲਸ ਯੂਸੇਜ, ਕੰਫਰਟ ਨੰਬਰ 1 ਹੈਗੀ ਇਹਨਾਂ ਦੀ, ਰਾਈਟ? ਸੋ
ਐਡਜਸਟਮੈਂਟਸ ਵੀ ਤੁਸੀਂ ਕਰਨੇ ਹੈਗੇ ਬਹੁਤ ਵਧੀਆ, ਬਹੁਤ ਸੌਖੇ ਨੇ, ਨਥਿੰਗ ਵੈਰੀ ਕੰਪਲਿਕੇਟਡ। ਹੁਣ ਇਹ ਗੱਡੀ ਵਿੱਚ ਸਾਡੇ ਕੋਲ ਮਸਾਜ ਸੀਟਸ ਵੀ ਸੀਗੀਆਂ, ਸੋ ਇਫ ਯੂ ਵਾਂਟ ਮਸਾਜ ਯੂ ਹੈਵ ਮਸਾਜ ਸੀਟਸ। ਇਹ ਫਰੰਟ ਸੀਟ ਤੇ ਬੈਕ ਤੇ ਵੀ ਹੈਗੀ? ਸਿਰਫ ਫਰੰਟ ਸੀਟਸ ਤੇ, ਬੈਕ ਸੀਟਸ ਤੇ ਅੱਜ ਕੱਲ੍ਹ ਬਹੁਤ ਘੱਟ ਆਉਂਦੀਆਂ ਹੈਗੀਆਂ, ਬਟ ਦੇ ਆਰ ਦੇਅਰ। ਸੋ ਤੁਸੀਂ ਕਹਿ ਚੁੱਕੇ ਹੋ ਕਿ ਜਿਹੜੇ ਇਹਨੇ ਇੰਟੀਰੀਅਰ ਡਿਜ਼ਾਈਨ ਹੈਗਾ ਵੈਰੀ ਕਾਮ, ਵੈਰੀ ਕੰਫਰਟਿੰਗ। ਸੋ ਵੋਲਵੋ ਦਾ ਇਹ ਸੋਚ ਹੈ ਕਿ ਜੇ ਤੁਸੀਂ ਕਿਤੇ ਵੀ ਜਾਣਾ ਹੈਗਾ ਤੁਸੀਂ ਆਰਾਮ ਨਾਲ ਕੰਫਰਟ ਨਾਲ ਜਾਓ, ਤੁਸੀਂ ਡਜ਼ਨਟ ਹੈਵ ਟੂ ਬੀ ਲਾਊਡ ਫॉर ਯੂ। ਲੋਟਸ ਆਫ ਲੈਗ ਰੂਮ ਗੱਲ ਕਰ ਚੁੱਕੇ ਹਾਂ ਆਪਾਂ। ਹਮੇਸ਼ਾ ਕੰਪਲੇਨ ਕਰਦੇ ਜਿਹੜੀ ਸੈਕੰਡ ਰੋ ਲੋਕੀ ਬਹੁਤ ਘੱਟ ਜਗ੍ਹਾ ਹੁੰਦੀ ਹੈ, ਬਟ ਦਿਸ ਇਜ਼ ਕੁਆਇਟ ਨਾਈਸ। ਟੋਨੀ ਤੁਸੀਂ ਬਹੁਤ ਵਧੀਆ ਇਹ 'ਚ ਬਹਿ ਜਾਓਗੇ। ਦੈਟ ਮੇਕ ਸੈਂਸ। ਡਾਕਟਰ ਸਾਹਿਬ ਇਹ ਚੀਜ਼ਾਂ ਬਹੁਤ ਜ਼ਰੂਰੀ ਹੈ, ਜਦੋਂ ਫੈਮਿਲੀ 'ਚ ਆਪਾਂ ਗੱਡੀ ਲੈਣ ਤੋਂ ਪਹਿਲਾਂ ਇਹ ਚੀਜ਼ਾਂ ਦੇਖਦੇ ਆ ਵੀ ਆਪਾਂ ਉਹਨੂੰ ਪਿੱਛੇ ਜਿਹੜਾ ਪੈਸੇਂਜਰ ਬੈਠਾ ਆਪਣਾ ਉਹ ਕੰਫਰਟੇਬਲ ਬੈਠਾ ਹੈਗਾ, ਤੁਹਾਡੀ ਹਾਈਟ ਵਾਈਜ਼ ਸਹੀ ਹੈਗੀ ਹੈ। ਔਰ ਬਾਕੀ ਜਦੋਂ ਲੌਂਗ ਡਰਾਈਵ ਤੇ ਜਾਣਾ ਅਸੀਂ ਚਾਹੁੰਦੇ ਨਹੀਂ ਬਾਹਰੋਂ ਕੋਈ ਵਹੀਕਲ ਲੰਘੇ ਤਾਂ ਸਾਨੂੰ ਆਵਾਜ਼ ਆਵੇ ਜਾਂ ਕਿਸੇ ਵੇਲੇ ਗੱਡੀ ਹਿਲਦੀ ਹੈ। ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸਟੇਬਿਲਿਟੀ ਉਦੋਂ ਪਤਾ ਲੱਗਦਾ ਵੀ ਅਸੀਂ ਹਾਊ ਮਚ ਮਨੀ ਵੀ ਸਪੈਂਡ ਐਂਡ ਇਟ ਇਜ਼ ਵਰਥ। ਟੋਨੀ ਸਿੰਘ ਤੁਸੀਂ ਇਹ ਵੀ ਗੱਲ ਕਹੀ ਜਦੋਂ ਨਾ ਤੁਸੀਂ ਕਹਿੰਦੇ ਜਿਹੜੇ ਕੋਲ ਦੀ ਗੱਡੀ ਲੰਘਦੀਆਂ ਹੈਗੀਆਂ ਯੂ ਕੈਨ ਟੈਲ ਕਿ ਅੰਦਰੋਂ ਕਿੰਨੀ ਕੁਆਇਟ ਗੱਡੀ ਹੈਗੀ ਹੈ। ਸੋ ਹਾਂ ਤੁਹਾਨੂੰ ਸਟੇਬਿਲਿਟੀ ਬਹੁਤ ਹੈਗੀ ਹੈ, ਇਟਸ ਵੈਰੀ ਨਾਈਸ। ਸੋ ਸਾਨੂੰ ਕੀ ਨਹੀਂ ਪਸੰਦ ਹੈਗੀ, ਅਗੇਨ ਇਹ 'ਚ ਐਪਲ ਕਾਰਪਲੇ ਨਹੀਂ ਹੈਗਾ, ਇਹਨਾਂ ਨੇ ਸਿਰਫ ਬੇਸ ਕੀਤਾ ਹੈਗਾ ਬੇਸ ਔਨ ਐਂਡਰੋਇਡ। ਜਿਹੜਾ ਨਾ ਪੁਰਾਣਾ ਸਿਸਟਮ ਸੀਗਾ ਮੈਨੂੰ ਪਸੰਦ ਆ, ਨਵਾਂ ਸਿਸਟਮ ਨਹੀਂ ਪਸੰਦ ਕਿਉਂਕਿ ਤੁਸੀਂ ਕਾਫੀ ਜਿਹੜੀ ਤੁਸੀਂ ਆਪਸ਼ਨਸ ਚੂਜ਼ ਕਰਨੀਆਂ ਤੁਹਾਨੂੰ ਸਿਸਟਮ ਦੇ ਵਿੱਚ ਜਾ ਕੇ ਤੁਹਾਨੂੰ ਕਰਨੀ ਪੈਂਦੀ ਹੈ। ਫੋਰ ਐਗਜ਼ਾਮਪਲ ਜੇ ਤੁਸੀਂ ਕੋਈ ਆਪਣਾ ਡਰਾਈਵਿੰਗ ਮੋਡ ਸਿਲੈਕਟ ਕਰਨਾ ਯੂ ਹੈਵ ਟੂ ਗੋ ਥਰੂ ਦ ਟੱਚ ਸਕਰੀਨ। ਸੋ ਇਸ ਤੁਹਾਡੇ ਫਿੰਗਰਸ ਤੇ ਨੋ ਐਂਡ ਦੈਟਸ ਅ ਲਿਟਲ ਬਿਟ ਥੋੜੀ ਘਾਟ ਹੈਗੀ ਆ। ਚਾਰਜਿੰਗ ਡੌਕ ਹੈਗੀ ਆ ਥੋੜੀ, ਪਰ ਜੇ ਤੁਸੀਂ ਥੋੜਾ ਰੇਸ ਦਓਗੇ ਜਾਂ ਬ੍ਰੇਕ ਲਾਓਗੇ ਤੁਹਾਡਾ ਫੋਨ ਹਿਲ ਜਾਂਦਾ ਬਹੁਤ ਈਜ਼ੀ। ਜਿਹੜੀ ਚਾਰਜਿੰਗ ਡੌਕ ਹੈ ਜੇ ਕੋਈ ਤੁਹਾਡੇ ਕੋਲ ਵੱਡਾ ਫੋਨ ਹੈ ਮੇਰੇ ਖਿਆਲ ਉਹ ਫਸਣਾ ਨਹੀਂ ਇਹਦੇ ਵਿੱਚ। ਨਹੀਂ ਫਸ ਜਾਂਦਾ ਆਸ਼ੀ, ਬਟ ਦ ਡਿਫਰੈਂਸ ਐਡਜਸਟੇਬਲ ਹੈਗਾ, ਪਰ ਜਿਹੜੇ ਉਹਨਾਂ ਐਡਜਸਟੇਬਲ ਹੈਗੇ ਉਹ ਬਹੁਤ ਸੌਫਟ ਆ, ਇਹ ਨਿਕਲ ਜਾਂਦਾ ਹੁਜਕਾ ਵੱਜਦਾ ਤੇ ਪਿੱਛੇ ਨੂੰ ਹੋ ਜਾਂਦੀ। ਬਿਲਕੁਲ ਯਾ ਇਟਸ ਨਾਟ ਦ ਗ੍ਰੇਟੈਸਟ। ਉਸ ਤੋਂ ਇਲਾਵਾ ਕਈ ਲੋਕੀ ਕਹਿੰਦੇ ਆ ਇਹਦੀ ਡਰਾਈਵ ਥੋੜੀ ਸਟਿਫ ਹੈਗੀ, ਆਈ ਲਾਈਕ ਇਟ, ਮੈਨੂੰ ਕਾਫੀ ਪਸੰਦ ਸੀ ਇਹਦੀ ਡਰਾਈਵ। ਆਈ ਥਿੰਕ ਇਟਸ ਐਕਚੁਅਲੀ ਵੈਰੀ ਗੁੱਡ। ਕੰਪੀਟੀਸ਼ਨ ਇਸ ਸੈਗਮੈਂਟ ਵਿੱਚ ਕਾਫੀ ਹੈਗਾ, ਦੇਅਰਸ ਲੋਟਸ ਆਫ ਕੰਪੀਟੀਸ਼ਨ। ਸੋ ਸਭ ਤੋਂ ਪਹਿਲਾਂ ਜਿਹੜੀ BMW X1 ਰਾਈਟ, ਜਾਂ ਕਈ ਲੋਕੀ X3 ਵੀ ਕਹਿ ਦਿੰਦੇ ਹੈਗੇ, X3 ਇਜ਼ ਦ ਮੇਨ ਕੰਪੀਟੀਟਰ। GLC ਸੀਰੀਜ਼ ਇਹਨਾਂ ਨੇ ਸ਼ੁਰੂ ਕੀਤੀ ਸੀ, ਇਹ ਦੁਬਾਰਾ ਰੀਵੈਂਪ ਕਰਕੇ ਅਬਾਊਟ 3-4 ਸਾਲ ਪਹਿਲਾਂ, ਫੈਂਟੈਸਟਿਕ ਗੱਡੀ। Audi Q5 ਅਗੇਨ ਮੰਨੀ ਪਰ ਮੰਨੀ ਗੱਡੀ, ਪਰ ਅਗੇਨ ਇਹਦਾ ਕੰਪੀਟੀਸ਼ਨ। ਤੇ ਲਾਸਟ ਬਟ ਨਾਟ ਲੀਸਟ ਆਪਾਂ ਗੱਲ ਕਰੀਏ ਅਗੇਨ Genesis GV70। Genesis I like that car. I think it's fantastic. Very good car. ਤੇ ਟੋਨੀ ਸਿੰਘ ਆਪਾਂ ਨੂੰ ਮਿਲਣ ਲੱਗੀ ਹੈਗੀ ਥੋੜੇ ਚਿਰ 'ਚ GV60 ਜੋ ਕਿ ਆਲ ਇਲੈਕਟ੍ਰਿਕ ਗੱਡੀ ਹੈਗੀ, ਉਹ ਵੀ ਆਪਾਂ ਟੈਸਟ ਕਰਾਂਗੇ। ਸੋ ਵੋਲਵੋ ਹਮੇਸ਼ਾ ਗੱਡੀ ਉਸ ਤਰ੍ਹਾਂ ਬਣਾਉਂਦਾ ਜੇ ਕਹਿੰਦੇ ਤੁਹਾਨੂੰ ਸੇਫਟੀ ਨਾਲ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਤੁਸੀਂ ਕਰਨੀ ਹੈਗੀ। ਦਿਸ ਇਜ਼ ਅ ਵੈਰੀ ਨਾਈਸ ਕਾਰ, ਪਰ ਅਗੇਨ ਤੁਹਾਨੂੰ ਸਟਿਕਰ ਸ਼ੌਕ ਤੁਹਾਨੂੰ ਜ਼ਰੂਰ ਆਏਗਾ। ਜਿੱਥੇ ਆਪਾਂ ਕਹਿੰਦੇ ਹੈਗੇ ਆਮ ਗੱਡੀਆਂ ਇਹਦੀ ਕੰਪੀਟੀਸ਼ਨ ਜਾਂ ਲਗਜ਼ਰੀ ਬ੍ਰਾਂਡ ਅਬਾਊਟ 70,000 ਦੀ ਹੈਗੀਆਂ, this thing starts 95 pretty expensive. No, well, it's 74,500, so Tony saying it's quite expensive. ਹੁਣ ਜੇ ਆਪਾਂ ਇਹਦੀ ਗੱਲ ਕਰੀਏ Hyundai Palisade ਨਾਲ, right, ਉਹ ਤੁਹਾਨੂੰ 55,000 ਤੋਂ ਲੈ ਕੇ 60,000 ਤੱਕ ਤੁਹਾਨੂੰ ਮਿਲ ਜਾਂਦਾ। ਸਟਿਲ ਅ ਫੈਂਟੈਸਟਿਕ ਕਾਰ, ਬਹੁਤ ਵਧੀਆ ਗੱਡੀ ਹੈ ਜੀ। Palisade ਇੰਨੀ ਹੈਵੀ ਔਰ ਇੰਨੀ ਨਾਈਸ ਗੱਡੀ ਹੈ ਡਰਾਈਵ ਦੇ ਵਿੱਚ ਵੀ, ਕਰਨ ਦੇ ਵਿੱਚ, ਤੇ ਪ੍ਰਾਈਸ ਵਾਈਜ਼ ਜੇ ਦੇਖਿਆ ਜਾਵੇ ਇਹਨਾਂ ਦੇ ਕੰਪੇਅਰ ਕੀਤਾ ਜਾਵੇ ਤਾਂ ਆਲਮੋਸਟ 20-25,000 ਡਾਲਰ ਦਾ ਘੱਟੋ ਘੱਟ ਡਿਫਰੈਂਸ ਹੈ। ਬਿਲਕੁਲ ਇਟ ਇਜ਼। ਸੋ ਅਗੇਨ ਤੁਸੀਂ ਜਿਹੜੇ ਵੋਲਵੋ ਗੱਡੀਆਂ ਟੁੱਟਦੀਆਂ ਬਹੁਤ ਘੱਟ ਨੇ, ਦੇ ਲਾਸਟ ਫੋਰਐਵਰ ਫॉर ਅ ਲੌਂਗ ਟਾਈਮ। ਅਗੇਨ ਸੇਫਟੀ ਦੀ ਗੱਲ ਹੈਗੀ ਹੈ, Volvo sells themselves on number 1 safety and design and we think it's good. So test it out. ਸੋ ਜਿਹੜੀ ਤੁਸੀਂ ਟੈਸਟ ਗੱਡੀ ਕੀਤੀ ਹੈਗੀ ਆ ਉਹਦੀ ਪ੍ਰਾਈਸ ਜੇ ਆਪਾਂ ਪੈਕੇਜ ਪਾ ਲਈਏ ਤਾਂ ਕਿੱਥੇ ਤੱਕ ਪਹੁੰਚ ਜਾਂਦੀ ਜਾ ਕੇ? ਤੁਸੀਂ ਅਬਾਊਟ 80,000 ਤੇ ਪਹੁੰਚ ਜਾਂਦੇ ਹੋ, ਸਟਾਰਟਿੰਗ ਐਟ ਅਬਾਊਟ 58 to 60, ਬਟ ਇਹਦੇ ਜਿਹੜੇ ਪੈਕੇਜ ਹੈਗੇ ਸਸਤੇ ਨਹੀਂ ਹੈਗੇ, ਪੈਕੇजेस ਆਰ ਐਕਸਪੈਂਸਿਵ। ਸੋ ਅਬਾਊਟ 80,000 74 ਤੋਂ ਸਟਾਰਟ ਹੋ ਗਏ। ਨਹੀਂ 74 ਵਾਸ ਐਸ ਟੈਸਟਡ। ਸੋ ਜਿਹੜਾ ਬੇਸਿਕ ਮਾਡਲ ਹੈ ਜਿਹੜਾ ਜਿਹਦੇ ਤੁਸੀਂ ਅਬਾਊਟ 60,000 60 ਦਾ ਮਤਲਬ $20,000 ਦਾ ਪਲੇ ਹੈ। ਠੀਕ। ਸੋ ਇਟਸ देयर, ਬਟ ਅਗੇਨ ਇਹ ਜੇ ਤੁਸੀਂ ਗੱਡੀ ਲਾਓਗੇ ਤੁਹਾਨੂੰ ਘੱਟੋ ਘੱਟ 8-10 ਸਾਲ ਈਜ਼ੀ ਲੰਘ ਜਾਣਗੇ। ਸੋ ਦੈਟਸ ਦ ਵੇ ਹੈਵ ਇਟ। ਸੋ ਮੋਸਟਲੀ ਸਾਰੀਆਂ ਗੱਡੀਆਂ 5 ਤੋਂ 7 ਸਾਲ ਤੱਕ ਤਾਂ ਚੱਲਦੀਆਂ ਹੀ ਹੈਗੀਆਂ, ਬਟ ਅਗੇਨ ਪਰਸਨਲ ਪ੍ਰੈਫਰੈਂਸ ਤੇ ਡਿਪੈਂਡ ਕਰਦਾ ਬੰਦੇ ਨੂੰ ਕਿਹੜੇ ਬ੍ਰਾਂਡ ਨਾਲ ਪਿਆਰ ਹੈਗਾ। ਹੁਣ ਜਿਹੜੇ ਬੰਦੇ BMW ਚਲਾਉਂਦੇ ਹੋ ਕਹਿੰਦੇ ਇਸ ਚਲਾਣੀ BMW ਸਾਈਡ ਹੈ, ਹੋਰ ਕੁਝ ਚਲਾਣਾ ਹੀ ਨਹੀਂ। ਸੋ ਇਹ ਪਰਸਨਲ ਪਿਆਰ ਦੀ ਗੱਲ। ਬਿਲਕੁਲ ਟੋਨੀ ਸਿੰਘ। ਬਟ ਐਨੀਵੇ ਜੋ ਵੀ ਤੁਸੀਂ ਡਰਾਈਵ ਕਰੋ, ਆਪਣੇ ਆਪ ਨੂੰ ਆਪਣੀ ਲੋਕਲ ਮਾਰਕੀਟ ਨੂੰ ਦੇਖ ਕੇ, ਆਪਣੀ ਲੋਕਲ এনवायरमेंट ਨੂੰ, ਐਟਮੋਸਫੀਅਰ ਨੂੰ ਦੇਖ ਕੇ ਬਾਏ ਕਰੋ। ਤੇ ਬਾਏ ਕਰਨ ਤੋਂ ਪਹਿਲਾਂ ਆਸੇ-ਪਾਸੇ ਜ਼ਰੂਰ ਨਿਗਾਹ ਮਾਰੋ, ਦੇਖੋ ਤੁਹਾਨੂੰ ਕੀ ਪਸੰਦ ਹੈ, ਕਿਉਂਕਿ ਟੈਸਟ ਡਰਾਈਵ ਆਪਸ਼ਨ ਅਵੇਲੇਬਲ ਹੈ ਹਰ ਚੀਜ਼। ਦੇਖੋ ਸੇਮ ਥਿੰਗ ਤੁਸੀਂ ਟਰੱਕ ਲੈਣਾ ਹੈਗਾ, ਹੁਣ ਟਰੱਕ ਡੀਲਰਸ ਕੋਲ ਬਹੁਤ ਸਾਰੇ ਕੋਈ ਟਰੱਕ ਬੈਕ ਆ ਗਏ ਆ। ਤੁਸੀਂ ਕੋਈ ਟਰੱਕ ਨਵਾਂ ਲੈਣਾ ਜਾਂ ਪੁਰਾਣਾ ਲੈਣਾ, ਤੁਸੀਂ ਉਹਨਾਂ ਕੋਲ ਜਾਓ, ਆਪਣੀ ਬੈਠੋ, ਗੱਲਬਾਤ ਕਰੋ ਤੇ ਆਪਣੀ ਮਨਪਸੰਦ ਦਾ ਟਰੱਕ ਲੈ ਕੇ ਰੋਡ ਤੇ ਚਲਾਓ ਤੇ ਆਪਣੀ ਬਚਤਾਂ 'ਚ ਵਾਧਾ ਕਰੋ, ਦੇ ਨਾਲ ਇਨਕਮ 'ਚ ਵਾਧਾ ਕਰੋ। ਦੈਟਸ ਰਾਈਟ। ਸੋ ਉਮੀਦ ਹੈ ਕਿ ਜਿਹੜਾ ਅੱਜ ਦਾ ਸ਼ੋਅ ਤੁਹਾਨੂੰ ਪਸੰਦ ਆਇਆ ਹੋਵੇ। ਅਗੇਨ ਅਗਲੇ ਹਫਤੇ ਗੱਲਬਾਤ ਕਰਾਂਗੇ ਇੱਕ ਹੋਰ ਟੌਪਿਕ ਤੇ, ਪਰ ਜੇ ਤੁਹਾਡੇ ਕੋਲ ਕੋਈ ਵੀ ਟੌਪਿਕ ਤੁਹਾਡੇ ਮਨ ਵਿੱਚ ਹੈ, ਤੁਸੀਂ ਕਹਿੰਦੇ ਹੋ ਕਿ ਅਸੀਂ ਇਹਦੇ ਬਾਰੇ ਗੱਲ ਕਰਨਾ ਚਾਹੁੰਦੇ ਹੋ, ਪਲੀਜ਼ ਸਾਨੂੰ ਈਮੇਲ
ਟੈਕਸਟ ਮੈਸੇਜ ਜਾਂ ਤੁਸੀਂ ਸਾਨੂੰ ਸੋਸ਼ਲ ਮੀਡੀਆ ਥਰੂ ਤੁਸੀਂ ਮੈਸੇਜ ਭੇਜ ਸਕਦੇ ਹੈਗੇ ਆ। ਜ਼ਰੂਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ। ਸੋ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਅਗਲੇ ਹਫ਼ਤੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਸਟੇ ਸੇਫ, ਡਰਾਈਵ ਸੇਫ। ਸਤਿ ਸ੍ਰੀ ਅਕਾਲ ਜੀ। ਮਾਵਾਂ ਦੇ ਪੁੱਤ ਨੇ ਸ਼ੌਂਕੀ, ਬਾਪੂ ਦੇ ਕੰਮ ਹੀਰੇ। ਮਾਵਾਂ ਦੇ ਪੁੱਤ ਨੇ ਸ਼ੌਂਕੀ, ਬਾਪੂ ਦੇ ਕੰਮ ਹੀਰੇ। ਟਰੱਕਾਂ ਵਾਲੇ ਬਾਈ, ਟਰੱਕਾਂ ਵਾਲੇ ਵੀਰੇ। ਟਰੱਕਾਂ ਵਾਲੇ ਬਾਈ, ਟਰੱਕਾਂ ਵਾਲੇ ਵੀਰੇ। Presented by Ocean Trailers, Western Canada Trailer Specialists.